ਖਾਲਸਾ ਕਾਲਜ ਪਟਿਆਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਿਹਾ ਉਚੇਰੀ ਸਿੱਖਿਆ ਦਾ ਇੱਕ ਬਹੁਤ ਵੱਡਾ ਅਦਾਰਾ ਹੈਗਾ, ਨਾਮੀ ਅਦਾਰਾ ਹੈ। ਸਾਡੀ ਵਿਦਿਆਰਥਣ ਪਰਨੀਤ ਕੌਰ ਨੇ ਜਿਹੜਾ ਵਿਸ਼ਵ ਆਰਚਰੀ ਦੇ ਵਿੱਚ ਪਹਿਲੀ ਵਾਰੀ ਹਿੰਦੁਸਤਾਨ ਨੂੰ ਮੈਡਲ ਆਇਆ, ਉਹ ਸਾਡੀ ਵਿਦਿਆਰਥਣ ਨੇ ਜਿੱਤਿਆ। ਅਵਨੀਤ ਨੇ, ਸੰਗਮਪ੍ਰੀਤ ਬਿਸਲਾ ਨੇ ਵਿਸ਼ਵ ਯੂਨੀਵਰਸਿਟੀ ਦੇ ਜਿਹੜੇ ਚੀਨ ਦੇ ਵਿੱਚ ਖੇਡਾਂ ਹੋਈਆਂ ਉਹਨਾਂ 'ਚ ਇਨਾਮ ਜਿੱਤੇ। ਤੋਂ ਸੰਸਾਰ ਪੱਧਰ ਦੇ ਖਿਡਾਰੀ ਕਾਲਜ ਪੈਦਾ ਕਰ ਰਹੇ। ਇਸ ਵੇਲੇ ਸਾਡੀਆਂ ਦੋ ਵਿਦਿਆਰਥਣਾਂ ਅਵਨੀਤ ਕੌਰ ਤੇ ਪਰਨੀਤ ਕੌਰ ਏਸ਼ੀਅਨ ਗੇਮਸ ਦੇ ਵਿੱਚ ਖੇਡਣ ਗਈਆਂ ਹੋਈਆਂ ਨੇ। ਖਾਲਸਾ ਕਾਲਜ ਪਟਿਆਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਿਹਾ ਉਚੇਰੀ ਸਿੱਖਿਆ ਦਾ ਇੱਕ ਬਹੁਤ ਵੱਡਾ ਅਦਾਰਾ ਹੈਗਾ, ਨਾਮੀ ਅਦਾਰਾ ਹੈ ਜੋ ਆਟੋਨੋਮਸ ਹੈਗਾ UGC ਵੱਲੋਂ, ਜਿਸ ਨੂੰ DBT ਸਟਾਰ ਸਕੀਮ ਹੈ, ਕਾਲਜ ਵਿਦ ਪੋਟੈਂਸ਼ੀਅਲ ਫਾਰ ਐਕਸੀਲੈਂਸ ਦਾ ਸਟੇਟਸ ਮਿਲਿਆ ਹੋਇਆ ਹੈ। ਕਾਲਜ ਨੇ ਅਕਾਦਮਿਕ ਖੇਤਰ ਦੇ ਵਿੱਚ ਬਹੁਤ ਵੱਡੀਆਂ ਫਖਰਯੋਗ ਪ੍ਰਾਪਤੀਆਂ ਕੀਤੀਆਂ ਨੇ। ਵਿਦਿਆਰਥੀ ਉੱਚ ਅਹੁਦਿਆਂ 'ਤੇ ਵਿਰਾਜਮਾਨ ਹੋਏ ਨੇ। ਸਾਡੇ ਕਾਲਜ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਦੇ ਜਿਹੜੇ ਕੋਰਸ ਨੇ ਉਹਨਾਂ ਦੇ ਵਿੱਚ ਮੁੱਖ ਤੌਰ 'ਤੇ MBA ਲੀਡਰਸ਼ਿਪ ਡਿਵੈਲਪਮੈਂਟ, MCOM ਚੱਲ ਰਿਹਾ, MSc ਫਿਜ਼ਿਕਸ, MSc ਕੈਮਿਸਟਰੀ, MSc ਫੈਸ਼ਨ ਡਿਜ਼ਾਈਨਿੰਗ, MSc ਮੈਥਮੈਟਿਕਸ, MSc IT ਲੈਟਰਲ ਐਂਟਰੀ, MSc ਐਗਰੀਕਲਚਰ ਦੇ ਕੋਰਸ ਚੱਲ ਰਹੇ ਨੇ। MA ਇੰਗਲਿਸ਼, MA ਪੰਜਾਬੀ, MA ਪੋਲੀਟੀਕਲ ਸਾਇੰਸ, MA ਹਿਸਟਰੀ, MA ਮਿਊਜ਼ਿਕ ਔਰ MSc ਜੀਓਗ੍ਰਾਫੀ ਦੇ ਜਿਹੜੇ ਕੋਰਸ ਨੇ ਉਹ ਵੀ ਚੱਲ ਰਹੇ ਨੇ। ਗ੍ਰੈਜੂਏਸ਼ਨ ਪੱਧਰ ਦੇ ਉੱਤੇ BCom ਹੈ, BBA ਹੈ, BCom ਆਨਰਸ ਹੈ, BSc ਮੈਡੀਕਲ, BSc ਨਾਨ ਮੈਡੀਕਲ, ਉਸ ਤੋਂ ਬਾਅਦ BSc ਆਨਰਸ ਇਨ ਫਿਜ਼ਿਕਸ, ਆਨਰਸ ਇਨ ਕੈਮਿਸਟਰੀ, BSc ਆਨਰਸ ਸਕੂਲ ਇਨ ਮੈਥਮੈਟਿਕਸ, BSc CSM, BCA ਦਾ ਕੋਰਸ ਚੱਲ ਰਿਹਾ। BA ਦੇ ਜਿਹੜੇ ਕੋਰਸ ਨੇ 27-28 ਸਬਜੈਕਟਸ ਨਾਲ ਚੱਲ ਰਹੇ ਨੇ। BA ਆਨਰਸ ਇਨ ਸੋਸ਼ਲ ਸਾਇੰਸ ਦਾ ਕੋਰਸ ਚੱਲ ਰਿਹਾ, ਆਨਰਸ ਸਕੂਲ ਇਨ ਇੰਗਲਿਸ਼ ਚੱਲ ਰਿਹਾ। ਤੋਂ ਇਸ ਤਰ੍ਹਾਂ ਨਾਲ ਵੱਖ-ਵੱਖ ਜਿਹੜੇ ਨੇ ਗ੍ਰੈਜੂਏਸ਼ਨ ਪੱਧਰ ਦੇ ਕੋਰਸ ਨੇ। ਸਰਟੀਫਿਕੇਟ ਕੋਰਸ ਕਾਲਜ ਦੇ ਵਿੱਚ ਚੱਲ ਰਹੇ ਨੇ। ਵਿਦਿਆਰਥੀਆਂ ਦੇ ਦਾਖਲੇ ਬੜੀ ਉਤਸ਼ਾਹ ਦੇ ਨਾਲ ਹੋ ਰਹੇ ਨੇ। ਸਾਡੇ ਕੋਲੇ ਲਗਭਗ 9-10 ਸਟੇਟਸ ਦੇ ਵਿਦਿਆਰਥੀ ਪੜ੍ਹ ਰਹੇ ਨੇ, ਗੰਗਾਨਗਰ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ, ਔਰ ਦੂਜੀਆਂ ਸਟੇਟਸ ਤੋਂ ਵੀ ਬੱਚੇ ਇੱਥੇ ਆ ਕੇ ਵਿੱਦਿਆ ਹਾਸਲ ਕਰ ਰਹੇ ਨੇ। ਲੜਕੀਆਂ ਦਾ ਬੜਾ ਖੂਬਸੂਰਤ ਹੋਸਟਲ ਹੈਗਾ। ਲੜਕਿਆਂ ਦੇ ਹੋਸਟਲ ਲਈ ਸਟੇਟ ਕਾਲਜ ਨਾਲ ਸਾਡਾ ਟਾਈ ਅਪ ਹੈਗਾ। ਖੇਡਾਂ ਦੇ ਖੇਤਰ ਦੇ ਵਿੱਚ ਬਹੁਤ ਵੱਡੀਆਂ ਫਖਰਯੋਗ ਪ੍ਰਾਪਤੀਆਂ ਸਾਡੇ ਕਾਲਜ ਨੇ ਜਿਹੜੀਆਂ ਨੇ ਇਸ ਵੇਲੇ ਉਹ ਹੈਗੀਆਂ ਨੇ। ਸਾਡੀ ਵਿਦਿਆਰਥਣ ਪਰਨੀਤ ਕੌਰ ਨੇ ਜਿਹੜਾ ਵਿਸ਼ਵ ਆਰਚਰੀ ਦੇ ਵਿੱਚ ਪਹਿਲੀ ਵਾਰੀ ਹਿੰਦੁਸਤਾਨ ਨੂੰ ਮੈਡਲ ਆਇਆ, ਉਹ ਸਾਡੀ ਵਿਦਿਆਰਥਣ ਨੇ ਜਿੱਤਿਆ। ਅਵਨੀਤ ਨੇ, ਸੰਗਮਪ੍ਰੀਤ ਬਿਸਲਾ ਨੇ ਵਿਸ਼ਵ ਯੂਨੀਵਰਸਿਟੀ ਦੇ ਜਿਹੜੇ ਚੀਨ ਦੇ ਵਿੱਚ ਖੇਡਾਂ ਹੋਈਆਂ ਉਹਨਾਂ 'ਚ ਇਨਾਮ ਜਿੱਤੇ। ਤੋਂ ਸੰਸਾਰ ਪੱਧਰ ਦੇ ਖਿਡਾਰੀ ਕਾਲਜ ਪੈਦਾ ਕਰ ਰਹੇ। ਇਸ ਵੇਲੇ ਸਾਡੀਆਂ ਦੋ ਵਿਦਿਆਰਥਣਾਂ ਅਵਨੀਤ ਕੌਰ ਤੇ ਪਰਨੀਤ ਕੌਰ ਏਸ਼ੀਅਨ ਗੇਮਸ ਦੇ ਵਿੱਚ ਖੇਡਣ ਗਈਆਂ ਹੋਈਆਂ ਨੇ। ਇਸ ਤੋਂ ਇਲਾਵਾ ਖੇਡਾਂ ਦੀਆਂ ਵੱਖ-ਵੱਖ ਖੇਤਰਾਂ ਦੇ ਵਿੱਚ ਵੀ ਸਾਡੀਆਂ ਬਹੁਤ ਲਾਮਿਸਾਲ ਪ੍ਰਾਪਤੀਆਂ ਹਨ। ਇਸੇ ਤਰ੍ਹਾਂ ਸੱਭਿਆਚਾਰਕ ਸਰਗਰਮੀਆਂ ਦੇ ਵਿੱਚ ਕਾਲਜ ਪਿਛਲੇ 10-12 ਸਾਲ ਤੋਂ ਲਗਾਤਾਰ ਜ਼ੋਨਲ ਯੂਥ ਫੈਸਟੀਵਲ ਦਾ ਚੈਂਪੀਅਨ ਹੈਗਾ। ਇੰਟਰ ਜ਼ੋਨਲ ਦੇ ਵਿੱਚ ਅਸੀਂ ਚੈਂਪੀਅਨ ਚੱਲਦੇ ਆ ਰਹੇ ਹਾਂ। ਸੱਭਿਆਚਾਰਕ ਸਰਗਰਮੀਆਂ ਦੇ ਵਿੱਚ ਨੈਸ਼ਨਲ ਪੱਧਰ ਤੱਕ ਸਾਡੇ ਜਿਹੜੇ ਵਿਦਿਆਰਥੀ ਨੇ ਉਹ ਪ੍ਰਾਪਤੀਆਂ ਕਰਕੇ ਆ ਰਹੇ ਨੇ। NSS ਦੇ ਵਿੱਚ ਸਰਗਰਮ ਯੂਨਿਟ ਆ ਬੈਸਟ NSS ਕਾਲਜ ਡਿਕਲੇਅਰ ਹੋਇਆ। NCC ਦਾ ਆਰਮੀ ਵਿੰਗ ਚੱਲ ਰਿਹਾ, 에ਅਰਫੋਰਸ ਵਿੰਗ ਚੱਲ ਰਿਹਾ, ਨੇਵੀ ਵਿੰਗ ਚੱਲ ਰਿਹਾ ਹੈ। ਕਾਲਜ ਦੇ ਵਿੱਚ ਕਿਰਤ ਕਲੱਬ ਹੈ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੈ। ਭਾਵ ਵਿਦਿਆਰਥੀਆਂ ਦੀ ਸਮੁੱਚੀ ਸ਼ਖਸੀਅਤ ਉਸਾਰੀ ਦੇ ਲਈ ਅਸੀਂ ਤਰ੍ਹਾਂ ਦੇ ਜਿਹੜੇ ਗਤੀਵਿਧੀਆਂ ਕਰਵਾਉਂਦੇ ਹਾਂ, ਵਿਦਿਆਰਥੀਆਂ ਨੂੰ ਜੋੜਦੇ ਹਾਂ, ਆਪਣੇ ਵਿਰਸੇ ਨਾਲ ਜੋੜ ਕੇ ਰੱਖਦੇ ਹਾਂ, ਆਪਣੇ ਸੱਭਿਆਚਾਰ ਨਾਲ ਜੋੜ ਕੇ ਰੱਖਦੇ ਹਾਂ, ਕਦਰਾਂ ਕੀਮਤਾਂ ਨਾਲ ਜੋੜ ਕੇ ਰੱਖਦੇ ਹਾਂ। ਇਸ ਕਾਲਜ ਦੀ ਜਿਹੜੀ ਸਮੁੱਚੀ ਅਗਵਾਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਕਰ ਰਹੇ ਨੇ। ਆਨਰਰੀ ਸਕੱਤਰ ਦੇ ਤੌਰ 'ਤੇ ਸਰਦਾਰ ਸੁਰਜੀਤ ਸਿੰਘ ਜੀ ਰਖੜਾ ਕਾਲਜ ਦੀ ਦੇਖਭਾਲ ਕਰ ਰਹੇ ਨੇ। ਸਰ ਸਤਵਿੰਦਰ ਸਿੰਘ ਟੌੜਾ ਵੀ ਗਵਰਨਿੰਗ ਬੋਡੀ ਦੇ ਮੈਂਬਰ ਨੇ। ਕਾਲਜ ਦਾ ਸਟਾਫ ਬੜੀ ਸ਼ਿੱਦਤ ਦੇ ਨਾਲ, ਮਿਹਨਤ ਦੇ ਨਾਲ
ਵਿਦਿਆਰਥੀਆਂ ਦੀ ਅਗਵਾਈ ਕਰਦਾ, ਪੜ੍ਹਾਈ ਕਰਦਾ, ਉਹਨਾਂ ਦੀ ਹੋਲਿਸਟਿਕ ਡਿਵੈਲਪਮੈਂਟ ਦੇ ਲਈ ਉਪਰਾਲੇ ਕਰਦਾ, ਨਾਨ ਟੀਚਿੰਗ ਸਟਾਫ ਬੜਾ ਐਕਟਿਵ ਹੋ ਕੇ ਕਾਰਜ ਕਰਦਾ। ਸੋ ਸਮੁੱਚੇ ਤੌਰ 'ਤੇ ਖਾਲਸਾ ਕਾਲਜ ਪਟਿਆਲਾ ਉਚੇਰੀ ਵਿੱਦਿਆ ਦਾ ਇੱਕ ਬੜਾ ਅਜਿਹਾ ਅਦਾਰਾ ਹੈ ਜਿੱਥੇ ਅਸੀਂ ਵਿਦਿਆਰਥੀਆਂ ਦੀ ਸਰਬਪੱਖੀ ਸ਼ਖਸੀਅਤ ਦੀ ਉਸਾਰੀ ਕਰਦੇ ਹਾਂ। ਮੈਂ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ ਨੂੰ ਸੱਦਾ ਦਿੰਦਾ ਕਿ ਵੱਧ ਤੋਂ ਵੱਧ ਤੁਸੀਂ ਖਾਲਸਾ ਕਾਲਜ ਵਿੱਚ ਆਓ, ਕਿਉਂਕਿ ਅਸੀਂ ਤੁਹਾਡੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਹਮੇਸ਼ਾ ਹੀ ਯਤਨਸ਼ੀਲ ਹਾਂ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਜਦੋਂ ਇੱਥੋਂ ਪੜ੍ਹ ਕੇ ਜਾਣ ਉਹ ਬੜੇ ਅੱਛੇ ਇਨਸਾਨ ਬਣ ਕੇ ਜਾਣ। ਬਹੁਤ ਬਹੁਤ ਧੰਨਵਾਦ। ਅਸੀਂ ਹੈਗੇ ਆ ਪ੍ਰੋਫੈਸਰ ਜਸਪ੍ਰੀਤ ਕੌਰ ਜੀ ਦੇ ਨਾਲ, ਜਿਨ੍ਹਾਂ ਨੇ ਲੰਬਾ ਸਮਾਂ ਵਿੱਦਿਆ ਦਾ ਦਾਨ ਇਸ ਕਾਲਜ ਦਿੱਤਾ। ਔਰ ਸਭ ਤੋਂ ਵੱਡੀ ਗੱਲ ਹੈ ਕ੍ਰੀਏਟਿਵਿਟੀ। ਇਹ ਕ੍ਰੀਏਟਿਵਿਟੀ ਵੱਲ ਬੱਚਿਆਂ ਨੂੰ ਲੈ ਕੇ ਜਾਂਦੇ ਨੇ। ਮੈਡਮ ਸਵਾਗਤ ਹੈ ਤੁਹਾਡਾ। ਥੈਂਕ ਯੂ ਫॉर ਇੰਟਰੋਡਿਊਸਿੰਗ ਮੀ ਲਾਈਕ ਦਿਸ। ਮੇਰਾ ਨਾਮ ਹੈ ਪ੍ਰੋਫੈਸਰ ਜਸਪ੍ਰੀਤ ਕੌਰ। ਮੈਂ ਇੱਥੇ ਕੰਟਰੋਲਰ ਐਗਜ਼ਾਮੀਨੇਸ਼ਨ ਹਾਂ, ਐਸੋਸੀਏਟ ਪ੍ਰੋਫੈਸਰ ਹਾਂ ਔਰ ਹੈੱਡ ਹਾਂ ਇੰਗਲਿਸ਼ ਡਿਪਾਰਟਮੈਂਟ ਦੀ। ਮੈਂ ਅੱਜ ਤੁਹਾਨੂੰ ਆਪਣੇ ਕਾਲਜ ਦੇ ਦਰਸ਼ਨ ਕਰਾਵਾਂਗੀ। ਇਹ ਉਹ ਕਾਲਜ ਹੈ ਜਿੱਥੇ ਵਿੱਦਿਆ ਦਾ ਦਾਨ ਵਾਕਈ ਬਹੁਤ ਅੱਛੀ ਤਰ੍ਹਾਂ ਦਿੱਤਾ ਜਾਂਦਾ ਹੈ। ਕੁਆਲਿਟੀ ਐਜੂਕੇਸ਼ਨ ਲਈ ਇਹ ਜਾਣਿਆ ਜਾਂਦਾ ਹੈ ਕਾਲਜ। ਮੈਡਮ ਆਮ ਤੌਰ ਤੇ ਆਪਾਂ ਦੇਖਿਆ ਕਿ ਬੀਏ, ਜਿਹਨੂੰ ਬੀਏ ਨੂੰ ਲੋਕ ਲਾਈਟਲੀ ਲੈਂਦੇ ਆ ਕਿ ਬੀਏ ਕਰਦੇ ਆ, ਪਰ ਇਸ ਕਾਲਜ 'ਚ 29 ਤਰ੍ਹਾਂ ਦੀਆਂ ਬੀਏ ਹੈਗੀਆਂ। ਔਰ ਇਸ ਕਾਲਜ ਦੇ ਬੱਚੇ ਜਿਹੜੇ ਬੀਏ ਵਾਲੇ ਨੇ, ਕੋਈ ਆਈਐਸ ਆਫੀਸਰ ਬਣਿਆ ਹੋਇਆ ਹੈ, ਕਿਸੇ ਨੇ ਵੱਡੀਆਂ ਵੱਡੀਆਂ ਮੱਲਾਂ ਮਾਰੀਆਂ ਹੋਏ ਨੇ, ਕੋਈ ਪੀਸੀਐਸ ਆਫੀਸਰ ਹੈ। ਕੀ ਕਹਿਣਾ ਚਾਹੋਗੇ ਕਿ ਬੀਏ ਇੱਥੋਂ ਦੀ ਜਿਹੜੀ ਬੀਏ ਉਹ ਵੀ ਕ੍ਰੀਏਟਿਵ ਬੀਏ ਹੈ? ਬੀਏ ਬਹੁਤ ਕ੍ਰੀਏਟਿਵ ਹੈ। ਐਵੇਂ ਹੀ ਲੋਕਾਂ ਨੂੰ ਲੱਗਦਾ ਹੈ ਕਿ ਵੀ ਹਿਊਮੈਨਿਟੀਜ਼ ਕਰਕੇ, ਆਰਟਸ ਕਰਕੇ ਕੋਈ ਆਪਸ਼ਨ ਨਹੀਂ ਹੈ ਬੱਚੇ ਕੋਲ ਇਸ ਤੋਂ ਬਾਅਦ। ਮੈਨੂੰ ਲੱਗਦਾ ਹੈ ਕਿ ਅੱਜ ਕੱਲ੍ਹ ਫਿਊਚਰ ਹੀ ਹਿਊਮੈਨਿਟੀਜ਼ ਦੇ ਵਿੱਚ ਹੈ। ਜੇਕਰ ਮੈਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਹੀ ਕਰਾਂ ਤਾਂ ਉਹਦੇ ਵਿੱਚ ਵੀ ਜੋ ਤੁਸੀਂ ਰੋਬੋਟ ਨੂੰ ਫੀਡ ਕਰਨਾ ਹੈ ਉਹ ਸਾਰਾ ਹਿਊਮੈਨਿਟੀਜ਼ ਵਾਲਾ ਹੀ ਕਰ ਸਕਦਾ ਹੈ, ਲੈਂਗੁਏਜਸ ਵਾਲਾ ਹੀ ਕਰ ਸਕਦਾ ਹੈ। ਤਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਕੱਲ੍ਹ ਨੂੰ ਪ੍ਰੂਫ ਰੀਡਰ, ਐਡੀਟਰ, ਟੀਚਰ, ਆਈਏਐਸ ਪ੍ਰੋਫੈਸਰ, ਬਾਇਓਗ੍ਰਾਫਰ ਰਾਈਟਰ, ਪੀਸੀਐਸ ਆਫਿਸਰ, ਆਈ ਮੀਨ ਸਕਾਈ ਇਜ਼ ਦ ਲਿਮਿਟ, ਕੁਝ ਵੀ ਕਰ ਸਕਦੇ ਹੈ। ਇੰਜੀਨੀਅਰ, ਡਾਕਟਰ ਆਪਣਾ ਕੰਮ ਕਰ ਰਹੇ ਨੇ, ਲੇਕਿਨ ਉਸਨੂੰ ਰਾਈਟਿੰਗ ਦੇ ਵਿੱਚ ਲੈ ਕੇ ਆਉਣਾ ਉਹ ਹਿਊਮੈਨਿਟੀਜ਼ ਵਾਲਾ ਹੀ ਕਰ ਸਕਦਾ ਹੈ। ਸੋ ਇਸ ਕਰਕੇ ਅਸੀਂ ਬੱਚਿਆਂ ਨੂੰ ਬੜੀ ਮਿਹਨਤ ਕਰਾਉਂਦੇ ਹਾਂ ਕਿ ਉਹ ਸਾਡਾ ਆਪਣਾ ਪੇਰੈਂਟਸ ਦਾ, ਸਾਡਾ ਨਾਮ ਰੌਸ਼ਨ ਕਰਨ। ਮੈਡਮ ਜਿਸ ਤਰੀਕੇ ਦੇ ਨਾਲ +2 ਤੋਂ ਬਾਅਦ ਬੱਚਿਆਂ ਦਾ ਜ਼ਿਆਦਾ ਰੁਝਾਨ ਹੋ ਗਿਆ ਸੀਗਾ ਬਾਹਰ ਜਾਣ ਦਾ, ਔਰ ਇਸ ਸਾਲ ਆਪਾਂ ਦੇਖਿਆ ਕਿ ਦੁਬਾਰਾ ਬੱਚੇ ਬੈਕ ਟੂ ਇੰਡੀਆ ਆ ਰਹੇ ਨੇ ਲੋਕ, ਔਰ ਦੁਬਾਰਾ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਹੋ ਰਿਹਾ ਕਿ ਨਹੀਂ +2 ਕਰਕੇ ਨਹੀਂ, ਬਲਕਿ ਸਾਨੂੰ ਘੱਟੋ ਘੱਟ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ ਕਰਕੇ ਇੱਕ ਟੈਲੈਂਟ ਲੈ ਕੇ ਜਾਣਾ ਚਾਹੀਦਾ ਹੈਗਾ। ਔਰ ਇਸ ਸਾਲ ਆਪਾਂ ਦੇਖਿਆ ਕਿ ਐਡਮਿਸ਼ਨ ਵੀ ਬਹੁਤ ਵਧੀਆ। ਹਾਂਜੀ ਬਿਲਕੁਲ ਠੀਕ ਹੈ। ਬੱਚਿਆਂ ਦੇ ਰੁਝਾਨ ਇਸ ਵਾਰ ਗ੍ਰੈਜੂਏਸ਼ਨ 'ਚ ਮੈਂ ਦੇਖਿਆ ਐਡਮਿਸ਼ਨ ਜਿਵੇਂ 1-2 ਸਾਲ ਦੇ ਵਿੱਚ ਲੱਗਿਆ ਸੀ ਕਿ ਡਾਊਨਫਾਲ ਆ ਰਿਹਾ ਹੈ, ਬੱਚੇ ਦੁਬਾਰਾ ਲੈ ਰਹੇ ਹੈ। ਐਕਚੁਅਲੀ ਬੱਚਿਆਂ ਨੇ ਕੈਨੇਡਾ ਵਿੱਚ ਜਾ ਕੇ ਦੇਖ ਲਿਆ ਹੈ ਕਿ +2 ਤੋਂ ਬਾਅਦ ਉੱਥੇ ਉਹਨਾਂ ਨੂੰ ਜ਼ਿਆਦਾ ਸਟਰਗਲ ਕਰਨੀ ਪੈਂਦੀ ਹੈ। ਫੀਸ ਵੀ ਕੱਢਦੇ ਹੈ, ਕੰਮ ਵੀ ਕਰਦੇ ਹੈ, ਔਰ ਉਹਨਾਂ ਨੂੰ ਜੌਬ ਕੋਈ ਨਹੀਂ ਮਿਲਦੀ ਉੱਥੇ ਜਾ ਕੇ। ਇਸ ਲਈ ਬਹੁਤ ਅੱਛਾ ਹੈ ਕਿ ਕੋਈ ਸਕਿੱਲ ਸਿੱਖ ਕੇ ਜਾਣ। ਤਾਂ ਇਸ ਕਰਕੇ ਬੱਚੇ ਵਾਪਸ ਆਏ ਨੇ। ਇੱਥੋਂ ਪੜ੍ਹ ਕੇ ਜਾਣਗੇ ਤਾਂ ਜ਼ਿਆਦਾ ਅੱਛੀ ਉੱਥੇ ਉਹਨਾਂ ਨੂੰ ਜੌਬ ਮਿਲ ਸਕਦੀ ਹੈ। ਵੈਸੇ ਵੀ ਹਰ ਰੋਜ਼ ਸਿੱਖਦੇ ਹੀ ਰਹਿਣਾ ਚਾਹੀਦਾ ਹੈ। ਮੈਡਮ ਥੈਂਕ ਯੂ ਵੈਰੀ ਮਚ। ਔਰ ਅਸੀਂ ਚਾਹਾਂਗੇ ਕਿ ਕਾਈਂਡਲੀ ਤੁਸੀਂ ਸਾਨੂੰ ਸਾਰਾ ਕਾਲਜ ਵਿਜ਼ਿਟ ਕਰਾਓ, ਕਿਉਂਕਿ ਬਿਕਾਜ਼ ਯੂ ਆਰ ਐਨ ਇੰਸਟੀਟਿਊਸ਼ਨ, ਯੂ ਹੈਵ ਲੌਂਗ ਡੇਟਾਸ, ਔਰ ਅਸੀਂ ਚਾਹਾਂਗੇ ਸਾਰਾ ਕਾਲਜ ਵਿਜ਼ਿਟ ਕਰਾਓ। ਮੇਰੀ ਖੁਸ਼ਕਿਸਮਤੀ ਹੋਏਗੀ ਕਿ ਤੁਹਾਡੇ ਨਾਲ ਮੈਂ ਤੁਹਾਨੂੰ ਆਪਣਾ ਕਾਲਜ ਦਿਖਾਵਾਂ ਔਰ ਉਸ ਬਾਰੇ ਤੁਹਾਨੂੰ ਜਾਣਕਾਰੀ ਦਿਆਂ। ਆਓ ਸਭ ਤੋਂ ਪਹਿਲਾਂ ਹੁਣ ਮੈਂ ਤੁਹਾਨੂੰ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਨਾਲ ਰੂਬਰੂ ਕਰਾਉਂਦੀ ਹਾਂ। ਇਹ ਸਾਡਾ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੰਪਿਊਟਰ ਸਾਇੰਸ ਦਾ ਸਟਾਫ ਰੂਮ ਹੈ, ਡਿਪਾਰਟਮੈਂਟ ਹੈ। ਉਹ ਸਾਹਮਣੇ ਜੋ ਚੇਅਰ ਹੈ ਉਹ ਸਾਡੇ ਹੈੱਡ ਆਫ ਦ ਡਿਪਾਰਟਮੈਂਟ ਪ੍ਰੋਫੈਸਰ ਸੁਖਮੀਨ ਕੌਰ ਦੀ ਹੈ। ਇਹ ਸਾਡੇ ਇੱਥੇ ਪ੍ਰੋਫੈਸਰਸ ਬੈਠੇ ਨੇ ਜੋ ਕਿ ਕੰਪਿਊਟਰ ਸਾਇੰਸ ਦਾ ਵਿਸ਼ਾ ਪੜ੍ਹਾਉਂਦੇ ਨੇ, ਆਪਣੇ ਆਪਣੇ ਸਬਜੈਕਟ ਦੇ ਮਾਹਿਰ ਨੇ ਇਹ ਟੀਚਰਸ। ਇੱਥੇ ਸਾਰੀਆਂ ਕਈ ਤਾਂ ਇਹਨਾਂ ਦੇ ਵਿੱਚੋਂ ਇਹਨਾਂ ਦੀਆਂ ਆਪਣੀਆਂ ਹੀ ਰਚਨਾਵਾਂ ਨੇ। ਇਹ ਬਹੁਤ ਹੀ ਕ੍ਰੀਏਟਿਵ ਟੀਚਰਸ ਨੇ, ਬਹੁਤ ਹੀ ਪ੍ਰੈਕਟੀਕਲ ਓਰੀਐਂਟਿਡ ਇਹਨਾਂ ਦੀ ਜੋ ਟੀਚਿੰਗ ਹੈ ਉਹ ਹੈ। ਇਹ ਹੁਣ ਆਪਾਂ ਚੱਲਦੇ ਹਾਂ ਜੀ ਲੈਬ ਨੰਬਰ 1 ਦੇ ਵਿੱਚ। ਇਹ ਸਾਡੀ ਲੈਬ 1 ਹੈ ਜਿਸ ਦੇ ਵਿੱਚ ਬਹੁਤ ਹੀ ਲੇਟੈਸਟ ਜੋ ਹੈ ਕੰਪਿਊਟਰਸ ਲੱਗੇ ਹੋਏ ਨੇ। ਇੱਥੇ ਬੱਚੇ ਬੈਠ ਕੇ ਟੀਚਰਸ ਤੋਂ ਸਿੱਖਦੇ ਵੀ ਨੇ। ਡਾਕਟਰ ਲਾਲ ਸਿੰਘ ਅੱਜ ਬੱਚਿਆਂ ਨੂੰ ਪ੍ਰੈਕਟੀਕਲ ਦੀ ਟ੍ਰੇਨਿੰਗ ਦੇ ਰਹੇ ਨੇ। ਇੱਕ ਬੱਚੇ ਕੋਲ ਆਪਣਾ ਕੰਪਿਊਟਰ ਹੈ ਔਰ ਇੱਥੇ ਉਹ ਪ੍ਰੈਕਟਿਸ ਕਰਦੇ ਨੇ ਆ ਕੇ। ਸੋ ਦਿਸ ਇਜ਼ ਲੈਬ ਨੰਬਰ 1। ਤੁਹਾਡੇ ਲੈਬ ਨੰਬਰ 2, ਇਹ ਲੈਬ ਨੰਬਰ 2 ਹੈ। ਸਿੰਘ ਭਾਟੀਆ ਕਲਾਸ ਲੈ ਰਹੇ ਨੇ ਔਰ ਬੱਚਿਆਂ ਨੂੰ ਪੂਰੀ ਤਰ੍ਹਾਂ ਅਟੈਂਟਿਵ ਹੋ ਕੇ ਵਾਈਟ ਬੋਰਡ ਦੇ ਥਰੂ ਪਿੱਛੇ ਕੰਪਿਊਟਰ ਪਏ ਨੇ। ਬੱਚਾ ਜਦੋਂ ਪ੍ਰੈਕਟੀਕਲ ਕਰਨਾ ਚਾਹੇ ਉਦੋਂ ਕਰਕੇ
ਆਪਣੀ ਸਕਿੱਲ ਨੂੰ ਹੋਨ ਕਰ ਸਕਦਾ ਹੈ। ਇਸ ਤੋਂ ਬਾਅਦ ਮੈਂ ਤੁਹਾਨੂੰ ਲੈ ਕੇ ਚੱਲਦੀ ਹਾਂ ਲੈਬ ਨੰਬਰ 3, ਜਿਸ ਦੇ ਵਿੱਚ ਸਾਡੇ ਐਸੋਸੀਏਟ ਪ੍ਰੋਫੈਸਰ ਇੰਦਰਬੀਰ ਕੌਰ ਬੱਚਿਆਂ ਦੇ ਨਾਲ ਇੰਟਰੈਕਸ਼ਨ ਕਰ ਰਹੇ ਨੇ। ਤੁਸੀਂ ਇੱਧਰ ਦੇਖੋਗੇ ਕਿ ਕਿਸ ਤਰ੍ਹਾਂ ਪੀਪੀਟੀ ਬਣਾ ਕੇ, ਔਰ ਉਹਨਾਂ ਦਾ ਲੈਪਟਾਪ ਇੱਥੇ ਖੁੱਲ੍ਹਾ ਹੈ, ਪੂਰਾ ਪ੍ਰੈਕਟੀਕਲ ਓਰੀਐਂਟਡ ਥਿਊਰੀ ਨੂੰ ਅੱਛੀ ਤਰ੍ਹਾਂ ਸਮਝਾ ਕੇ, ਟੀਚਰ ਨੂੰ ਵੀ ਉਦੋਂ ਤੱਕ ਤਸੱਲੀ ਨਹੀਂ ਹੁੰਦੀ ਜਦੋਂ ਤੱਕ ਉਹ ਬੱਚੇ ਨੂੰ ਬਹੁਤ ਅੱਛੀ ਤਰ੍ਹਾਂ ਸਮਝਾ ਨਾ ਦੇਏ ਔਰ ਫੀਡਬੈਕ ਨਾ ਲੈ ਲਏ। ਲੈਬ ਨੰਬਰ 4 ਜੋ ਕਿ ਕੰਪਿਊਟਰ ਡਿਪਾਰਟਮੈਂਟ, ਜੋ ਕਿ ਪੀਜੀ ਡਿਪਾਰਟਮੈਂਟ ਹੈ, ਉੱਥੇ ਤੁਹਾਨੂੰ ਮੈਂ ਲੈ ਕੇ ਚੱਲਦੀ। ਲੈਬ ਨੰਬਰ 4 ਦੇ ਵਿੱਚ ਮੈਂ, ਇਹ ਡਿਪਾਰਟਮੈਂਟ ਹੈ ਲੈਬ ਦਾ, ਔਰ ਇੱਥੇ ਅਸੀਂ ਲੈਬ ਦੇ ਅੰਦਰ ਆ ਰਹੇ ਹਾਂ। ਬਹੁਤ ਅੱਛਾ ਲੱਗ ਰਿਹਾ ਹੈ ਤੁਹਾਨੂੰ ਲੈਬ 4 ਘੁਮਾ ਕੇ। ਮੈਂ ਇਸ ਵੇਲੇ ਇੱਥੇ ਫਿਲਹਾਲ ਕੋਈ ਕਲਾਸ ਨਹੀਂ ਲੱਗ ਰਹੀ, ਪਰ ਬਹੁਤ ਤਰ੍ਹਾਂ ਦੇ ਕੰਪਿਊਟਰ ਲੇਟੈਸਟ ਮਾਡਲਸ ਪਏ ਹੈ, ਚੇਅਰ ਪਈ ਹੈ। ਲੱਗਦਾ ਹੈ ਕਿ ਹੁਣੇ ਕੋਈ ਕਲਾਸ ਓਵਰ ਹੋਈ ਹੈ। ਵਿਦਿਆਰਥੀਆਂ ਲਈ ਹਦਾਇਤਾਂ, ਕਈ ਤਰ੍ਹਾਂ ਦੀਆਂ ਚੀਜ਼ਾਂ, ਫੁੱਲੀ ਏਸੀ ਜੋ ਸਾਡੀਆਂ ਇਹ ਕੰਪਿਊਟਰ ਲੈਬਸ ਨੇ, ਇੱਥੇ ਬੈਠ ਕੇ ਬੱਚੇ ਆਪਣੀ ਪ੍ਰੈਕਟਿਸ ਵੀ ਕਰਦੇ ਨੇ ਔਰ ਟੀਚਰਸ ਨਾਲ ਬੈਠ ਕੇ ਬਹੁਤ ਹੀ ਅੱਛਾ ਰਾਬਤਾ ਕਾਇਮ ਕਰਕੇ ਬਹੁਤ ਹੀ ਕੁਝ ਸਿੱਖਦੇ ਨੇ। ਵੈਲਕਮ ਟੂ ਹੋਮ ਸਾਇੰਸ ਲੈਬ। ਇਸ ਦੇ ਵਿੱਚ ਸਾਡੇ ਜਿਹੜੇ ਮੁਖੀ ਨੇ ਡਾਕਟਰ ਬਲਬੀਰ ਕੌਰ, ਅੱਜ ਸ਼ਾਇਦ ਉਹ ਛੁੱਟੀ ਤੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇੱਥੇ ਬੱਚੇ ਆਪਣਾ ਪ੍ਰੈਕਟੀਕਲ ਕਰ ਰਹੇ ਨੇ। ਉਹਨਾਂ ਦੇ ਸਾਹਮਣੇ ਨੋਟਬੁੱਕਸ ਤੇ ਲੈਪਟਾਪ ਖੁੱਲੇ ਹੋਏ ਹੈ। ਬਹੁਤ ਹੀ ਲੇਟੈਸਟ ਜਿਹੜੀਆਂ ਮਸ਼ੀਨਾਂ ਦੇ ਨਾਲ ਇਹ ਲੈਬਸ ਇਕੁਇਪਡ ਹੈ। ਸਾਡੇ ਕੋਲ 3 ਲੈਬਸ ਹੈ। ਇੱਕ ਜੋ ਗਾਰਮੈਂਟ ਕੰਸਟਰਕਸ਼ਨ ਦੀ ਲੈਬ ਹੈ, ਬਾਕੀ ਪ੍ਰਿੰਟਿੰਗ ਦੀ ਹੈ, ਐਮਬ੍ਰੋਇਡਰੀ ਦੀ ਹੈ ਔਰ ਟੈਕਸਟਾਈਲ ਦੀ। तो ਇੱਥੇ ਜਿਹੜੇ ਆਪਣੇ ਬੱਚੇ ਹੈ, ਇੱਥੇ ਫੂਡ ਐਂਡ ਨਿਊਟ੍ਰੀਸ਼ਨ, ਹੋਮ ਸਾਇੰਸ ਦੇ ਸਾਰੇ ਜੋ ਸਕਿੱਲ ਓਰੀਐਂਟਡ ਕੋਰਸਿਸ ਹੈ ਇੱਥੋਂ ਸਿੱਖਦੇ ਨੇ। ਔਰ ਇਹ ਜੋ ਵਿਦਿਆ ਹੈ ਇਹ ਬॉयਜ਼ ਐਂਡ ਗਰਲਸ ਦੋਨਾਂ ਦੇ ਲਈ ਓਪਨ ਹੈ। ਲੈ ਕੇ ਆਈ ਹਾਂ ਡਿਪਾਰਟਮੈਂਟ ਆਫ ਬਾਇਓਟੈਕਨੋਲੋਜੀ, ਡਾਕਟਰ ਨਿਪੁੰਨਜੀਤ ਕੌਰ ਇੱਥੋਂ ਦੇ ਹੈੱਡ ਆਫ ਦ ਡਿਪਾਰਟਮੈਂਟ ਨੇ। ਇਹ ਇਹਨਾਂ ਦੀਆਂ ਲੈਬਸ ਨੇ। ਸੋ ਦਿਸ ਇਜ਼ ਲੈਬ ਨੰਬਰ 1 ਔਰ ਉਹ ਇੰਸਟਰੂਮੈਂਟੇਸ਼ਨ रूम है। टीचर जो है वो क्लास ले रहा है, तो विद्या ले रहे हैं और 1 to 1 भी इंटरैक्शन हो रही है क्योंकि प्रैक्टिकल बेस्ड है। तो पूरियां जो लेटेस्ट मशीन्स हैं वो तुसी देख सकते हो कि इस कॉलेज ਦੇ ਵਿੱਚ, इस डिपार्टमेंट ਦੇ ਵਿੱਚ ਸਥਾਪਿਤ ਹਨ, जो कि बच्चे फ्रीली यूज़ कर सकते हैं इस लैब ਦੇ ਵਿੱਚ ਵੀ और इंस्ट्रूमेंटेशन लैब ਦੇ ਵਿੱਚ ਵੀ। सो ਇਹ ਹੈ इंस्ट्रूमेंटेशन लैब जिस ਦੇ ਵਿੱਚ ਕਿ ਕਈ ਤਰ੍ਹਾਂ ਦੇ इंस्ट्रूमेंट्स ਪਏ ਹਨ, ਕਿਉਂਕਿ ਇਹ ਵਿਸ਼ਾ ਹੀ ਐਸਾ ਹੈ ਕਿ ਬਹੁਤ ਤਰ੍ਹਾਂ ਦੇ ਐਕਸਪੈਰੀਮੈਂਟਸ ਕਰਨੇ ਪੈਂਦੇ ਨੇ। तो ਇਹ ਸਾਰੀਆਂ ਜਿਹੜੇ ਟੂਲਸ ਹੈ ਇਹ ਲੈਬਸ ਦੇ ਵਿੱਚ ਫਾਇਦਾ ਹੁੰਦਾ ਹੈ। ਇਸ ਕਰਕੇ ਬੱਚੇ ਇੱਥੇ ਵੱਡੀ ਮਾਤਰਾ ਦੇ ਵਿੱਚ ਇਹਨਾਂ ਸਾਰੀਆਂ ਚੀਜ਼ਾਂ ਦਾ, ਇੰਸਟਰੂਮੈਂਟਸ ਦਾ ਫਾਇਦਾ ਉਠਾਉਂਦੇ ਹਨ। ਟੈਕਨੋਲੋਜੀ ਦੀ ਹੀ ਇੱਕ ਹੋਰ ਲੈਬ ਜਿਸ ਦੇ ਵਿੱਚ ਕਿ ਕੈਮੀਕਲਸ ਨੇ, ਸਾਲਟਸ ਨੇ, ਕਈ ਤਰ੍ਹਾਂ ਦੇ ਇੰਸਟਰੂਮੈਂਟਸ ਨੇ ਜੋ ਕਿ ਪ੍ਰੈਕਟੀਕਲ ਦੇ ਵਿੱਚ ਬਹੁਤ ਸਹਾਈ ਹੁੰਦੇ ਹਨ। ਸੋ ਫੁੱਲੀ ਇਕਵਿਪਡ ਇਹ ਸਾਡੀ ਬਾਇਓਟੈਕਨੋਲੋਜੀ ਦੀ ਲੈਬ ਹੈ। ਸਾਡਾ ਪੀਜੀ ਡਿਪਾਰਟਮੈਂਟ ਆਫ ਫਿਜ਼ਿਕਸ ਦੇ ਵਿੱਚ ਹੈ, ਜਿਸ 'ਚ ਮੈਂ ਤੁਹਾਨੂੰ ਲੈ ਕੇ ਆਈ ਹਾਂ। ਇੱਥੇ 5 ਲੈਬਸ ਨੇ, ਮਕੈਨਿਕਸ ਲੈਬ, ਆਪਟਿਕਸ ਲੈਬ, ਥਰਮਲ ਫਿਜ਼ਿਕਸ, ਇਲੈਕਟ੍ਰੋਨਿਕਸ ਅਤੇ ਨਿਊਕਲੀਅਰ ਫਿਜ਼ਿਕਸ। ਇਹ ਸਾਰੀਆਂ ਪੜ੍ਹਾਈਆਂ ਜੋ ਹੈ ਉਹ ਸਾਡੇ ਵਿਦਿਆਰਥੀ ਇੱਥੇ ਕਰਦੇ ਨੇ। ਕਈ ਤਰ੍ਹਾਂ ਦੇ ਇੰਸਟਰੂਮੈਂਟਸ ਤੁਸੀਂ ਦੇਖ ਸਕਦੇ ਹੋ। ਵੈਲ ਇਕਵਿਪਡ ਲੈਬਸ ਇਹ ਸਾਡੀਆਂ ਅਲਟਰਾ ਮਾਡਰਨ ਜੋ ਗੈਜਟਸ ਹੈ ਉਹ ਬੱਚਿਆਂ ਦੇ ਯੂਜ਼ ਦੇ ਲਈ ਪਈਆਂ ਹੈ। ਸਾਰੇ ਪ੍ਰੋਫੈਸਰਸ ਇੱਥੇ ਬੈਠ ਕੇ ਬੱਚਿਆਂ ਦੇ ਨਾਲ ਇੰਟਰੈਕਟ ਕਰਦੇ ਨੇ ਔਰ ਪ੍ਰੈਕਟੀਕਲ ਓਰੀਐਂਟਡ ਉਹਨਾਂ ਨੂੰ ਨੌਲੇਜ ਪ੍ਰਦਾਨ ਕਰਦੇ ਆ। तो ये 5 लैब्स ਦੇ ਵਿੱਚ जो बच्चे हैं वो अपना भविष्य बनाते हैं ਇੱਥੇ बैठ के। पीजी डिपार्टमेंट ऑफ कैमिस्ट्री और कैमिस्ट्री डिपार्टमेंट ਦੇ ਵਿੱਚ 4 लैब्स हैं, ऑर्गेनिक, इनऑर्गेनिक, फिजिकल ਅਤੇ रिसर्च लैब। ये ਜਿਹੜੀ लैब है जिस ਵਿੱਚ ਅਸੀਂ खड़े हाँ ये इनऑर्गेनिक जो लैब है। इस ਦੇ ਵਿੱਚ देख सकते हो कई तरह के कैमिकल्स ਪਏ ਨੇ जो कि बच्चे ਇੱਥੇ बैठ के रिसर्च करते हैं, एक्सपैरीमेंट करते हैं, प्रैक्टिकल करते हैं। और इंस्ट्रूमेंट्स तुसी देख रहे हो बच्चों के यूज़ के लिए ये सारे इंस्ट्रूमेंट्स प्रोवाइड किए गए हैं। साडे बच्चे इत्थे बैठ के कैमिस्ट्री की जो पढ़ाई है वो ग्रहण करते हैं। साडे टीचर्स जो हैं इत्थों के एसोसीएट प्रोफैसरस, असिस्टेंट प्रोफैसरस बच्चों के नाल इंटरैक्ट करके उन्होंने वध तो वध ज्ञान प्रदान की कोशिश करते हैं। ये साडे कॉलेज की जो है वो स्कॉलरशिप ब्रांच है। इस दे विच बच्चे ਜਿਹੜੇ भी स्कॉलरशिप लिए एलिजिबल होंदे ने वो इत्थे प्रोफैसर जसप्रीत सिंह नाल राबता कायम करके उस स्कॉलरशिप का फायदा उठा सकते हैं। कई तरह ਦੀਆਂ स्कॉलरशिप्स ਦੀਆਂ स्कीम्स चलदियां 12 तरह ਉਸ ਦੇ ਨਾਲ ਵੀ ਰਾਬਤਾ ਰੱਖਦੇ ਨੇ ताकि ਬੱਚਿਆਂ ਨੂੰ ਵੱਧ ਤੋਂ ਵੱਧ ਜੋ ਹੈ ਉਹ ਸਹਾਇਤਾ ਹੋ ਸਕੇ। ਹਾਸਲ ਕਰ ਲੈਂਦੇ ਨੇ ਔਰ हर जगह ਤੇ ਲਿਖਿਆ ਵੀ ਹੋਇਆ ਕਾਲਜ ਦੇ ਵਿੱਚ ਔਰ ਪ੍ਰੋਸਪੈਕਟਸ ਦੇ ਵਿੱਚ ਵੀ। ਇਹ ਸਾਰੇ ਡਾਕੂਮੈਂਟਸ ਹਨ ਜੋ ਐਕਸਪਲੇਨ ਕਰ ਰਹੇ ਕਿ ਕਿਹੜੇ ਸਕਾਲਰਸ਼ਿਪਸ ਅਵੇਲੇਬਲ ਹਨ ਅਤੇ ਉਹ ਕਿਸ ਤਰ੍ਹਾਂ ਇਹ ਸਕਾਲਰਸ਼ਿਪਸ ਲਈ ਅਪਲਾਈ ਕਰ ਸਕਦੇ ਨੇ ਤੇ ਫਾਇਦਾ ਉਠਾ ਸਕਦੇ ਹਨ। ਵਾਈਸ ਪ੍ਰਿੰਸੀਪਲ ਡਾਕਟਰ ਅਜੀਤ ਸਿੰਘ ਸਰ ਦਾ ਕਮਰਾ ਹੈ ਔਰ ਆਓ ਮੈਂ ਤੁਹਾਨੂੰ ਇਸ ਰੂਮ ਦੇ ਅੰਦਰ ਲੈ ਕੇ ਜਾਂਦੀ ਹਾਂ। ਸਾਹਮਣੇ ਸਾਡੇ ਵਾਈਸ ਪ੍ਰਿੰਸੀਪਲ ਜੋ ਕਿ ਬਹੁਤ ਹੀ ਡਿਸਟਿੰਗੁਇਸ਼ਡ ਪਰਸਨੈਲਿਟੀ ਦੇ ਮਾਲਕ ਹਨ, ਸਾਡੇ ਡਾਕਟਰ ਅਜੀਤ ਸਿੰਘ ਸਰ।
ਆਪਣੇ MA ਇੰਗਲਿਸ਼ ਦੇ ਸਟੂਡੈਂਟਸ ਨਾਲ ਰੂਬਰੂ ਕਰਵਾ ਰਹੀ ਹਾਂ ਜੋ ਕਿ ਦੱਸਣਗੇ ਕਿ ਕਾਲਜ ਇਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਦਾ ਹੈ। ਮੇਰਾ ਨਾਮ ਅਰਲੀਨ ਕੌਰ ਹੈ। ਮੈਂ MA ਫਸਟ ਈਅਰ MA ਸੈਕੰਡ ਈਅਰ ਇੰਗਲਿਸ਼ ਦੀ ਸਟੂਡੈਂਟ ਹਾਂ। ਸਾਡਾ ਕਾਲਜ ਸਾਨੂੰ ਬਹੁਤ ਹੈਲਪ ਕਰਦਾ ਹੈ। ਪਲੇਸਮੈਂਟਸ ਦੀਆਂ ਕਲਾਸਿਸ ਸਾਡੀ ਟ੍ਰੇਨਿੰਗ ਲੱਗੀ ਸੀ ਲਾਸਟ ਟਾਈਮ 7 ਡੇਜ਼ ਟ੍ਰੇਨਿੰਗ ਸੀਗੀ, ਜਿਸ ਵਿੱਚ ਕਿ ਕਮਿਊਨੀਕੇਸ਼ਨ ਸਕਿੱਲ, ਸਾਡੀ ਪਰਸਨੈਲਿਟੀ ਡਿਵੈਲਪਮੈਂਟ ਤੇ ਅਸੀਂ ਕਿਵੇਂ ਆਪਣੇ ਆਪ ਨੂੰ ਇੰਪਾਵਰਮੈਂਟ ਸਕਿੱਲਸ ਡਿਵੈਲਪ ਕਰਾਏ ਸੀ ਸਾਡੇ, ਤਾਂ ਬਹੁਤ ਵਧੀਆ ਲੱਗਿਆ ਸਾਨੂੰ ਉਹ ਟ੍ਰੇਨਿੰਗ ਸੈਸ਼ਨ। ਕਾਫੀ ਹੈਲਪਫੁਲ ਹੈ, ਜਿਹੜਾ ਕਿ ਸਾਨੂੰ ਅੱਗੇ ਕੱਲ੍ਹ ਨੂੰ ਜੌਬਸ ਲੈਣ ਦੇ ਵਿੱਚ ਕਾਫੀ ਹੈਲਪਫੁਲ ਹੋਏਗਾ। ਬਹੁਤ ਜ਼ਿਆਦਾ ਅਸੀਂ ਧੰਨਵਾਦੀ ਹਾਂ ਖਾਲਸਾ ਕਾਲਜ ਪਟਿਆਲਾ ਦੇ, ਸਾਨੂੰ ਬਹੁਤ ਜ਼ਿਆਦਾ ਹੈਲਪ ਕਰਦੇ ਨੇ ਇਹਨਾਂ ਚੀਜ਼ਾਂ ਦੇ ਲਈ, ਸਾਡੀਆਂ स्किल्स ਨੂੰ डेवलप करते हैं। मेरा नाम अमीशा चौहान है। आई एम फ्रॉम MA इंग्लिश और ये जो ट्रेनिंग प्रोग्राम था बहुत ज़्यादा हेल्पफुल था हमारे लिए। मैंने बहुत सारी एक्टिविटीज़ की इसमें, जैसे कि टीम वर्क और खुद की जो पर्सनालिटी उसको डेवलप करने का बहुत अच्छा मौका मिला हमें और काफ़ी अच्छा था ये। और सबसे अच्छी बात ये थी कि फ्री ऑफ कॉस्ट था और जिसमें कि सब बहुत बच्चों ने बढ़ चढ़ कर अपना हिस्सा लिया। आई एम फील ब्लेस्ड कि मैं इस कॉलेज की पार्ट हूँ। थैंक यू सो मच। ਹਰਮਕਰ ਸਿੰਘ ਹੈ ਜੀ ਅਤੇ ਮੈਂ ਖਾਲਸਾ ਕਾਲਜ ਦਾ ਵਿਦਿਆਰਥੀ ਜੀ, MA ਇੰਗਲਿਸ਼ 2 ਦਾ ਜੀ। ਅਤੇ ਕਾਲਜ ਦਾ ਐਕਸਪੀਰੀਅੰਸ ਬਹੁਤ ਵਧੀਆ ਹੈ। ਬਰੇਵ ਹਾਰਟ ਸੁਸਾਇਟੀ ਆ, ਇੰਗਲਿਸ਼ ਲਿਟਰੇਚਰ ਸੁਸਾਇਟੀ ਆ, ਹੋਰ ਵੀ ਐਕਸਪੀਰੀਅੰਸ ਵਧੀਆ ਕਰੀ ਜਾਂਦੇ ਨੇ ਜੀ। ਅਤੇ ਬਾਕੀ ਪਲੇਸਮੈਂਟਸ ਦਾ ਵੀ ਹੈ, ਬਹੁਤ ਵਧੀਆ ਕਾਲਜ ਆ। ਸਿਮਰਨ ਕੌਰ ਹੈ, ਮੈਂ MA ਸੈਕੰਡ ਈਅਰ ਦੀ ਵਿਦਿਆਰਥਣ ਹਾਂ। ਇਹ ਕਾਲਜ ਬਹੁਤ ਵਧੀਆ ਹੈ। ਸਾਡੇ ਟੀਚਰ ਸਾਡੀ ਇੰਨੀ ਹੈਲਪ ਕਰਦੇ ਹਨ ਹਰ ਇੱਕ ਚੀਜ਼ ਦੇ ਵਿੱਚ, ਹਰ ਇੱਕ ਫੀਲਡ 'ਚ। ਬਹੁਤ ਜ਼ਿਆਦਾ ਵਧੀਆ ਕਾਲਜ ਹੈ। ਬਰੇਵ ਹਾਰਟ ਕਲੱਬ ਹੈ, ਲਿਟਰੇਰੀ ਸੁਸਾਇਟੀ ਹੈ, ਜਿੱਥੇ ਤੁਸੀਂ ਜੋ ਬੱਚੇ ਜ਼ਰੂਰਤਮੰਦ ਹਨ ਉਹਨਾਂ ਦੀ ਹੈਲਪ ਕਰਨ ਲਈ ਵੀ ਜਾਂਦੇ ਹਾਂ। ਬੱਚਿਆਂ ਨੂੰ ਐਕਟੀਵਿਟੀਜ਼ ਦੇ ਵਿੱਚ ਭਾਗ ਲੈਣ ਦਾ ਮੌਕਾ ਮਿਲਦਾ ਹੈ। ਬਹੁਤ ਹੀ ਵਧੀਆ ਕਾਲਜ ਹੈ। ਮੇਰਾ ਨਾਮ ਰਿਤੂ ਰਾਣੀ ਤੇ ਮੈਂ MA ਸੈਕੰਡ ਈਅਰ ਦੀ ਸਟੂਡੈਂਟ ਹਾਂ। ਸਾਡੇ ਖਾਲਸਾ ਕਾਲਜ ਪਟਿਆਲਾ ਦੇ ਵਿੱਚ ਬਹੁਤ ਸਾਰੀ ਸਾਨੂੰ ਐਕਟੀਵਿਟੀ ਸਿੱਖਣ ਨੂੰ ਮਿਲਦੀਆਂ ਹਨ, ਜਿਵੇਂ ਕਿ ਲਿਟਰੇਰੀ ਸੁਸਾਇਟੀ, ਬਰੇਵ ਹਾਰਟਸ, ਇੰਪਲੋਇਮੈਂਟ ਦੀ ਸਕਿੱਲਸ ਵੀ ਸਾਨੂੰ ਬਹੁਤ ਸਾਰੀਆਂ ਦੇਖਣ ਨੂੰ ਮਿਲੇ ਸੀ। 7 ਡੇਜ਼ ਦਾ ਹੀ ਸੈਸ਼ਨ ਸੀਗਾ ਅਤੇ ਸਾਨੂੰ ਬਹੁਤ ਕੁਝ ਇੱਥੇ ਫ੍ਰੀ ਆਫ ਕਾਸਟ ਵੀ ਬਹੁਤ ਕੁਝ ਪ੍ਰੋਵਾਈਡ ਕੀਤਾ ਗਿਆ ਹੈਗਾ। ਅਤੇ ਹੋਰ ਵੀ ਕਾਲਜ ਵਿੱਚ ਬਹੁਤ ਸਾਰੀ ਐਕਟੀਵਿਟੀਜ਼ ਹੁੰਦੀਆਂ ਨੇ ਇੰਗਲਿਸ਼ ਡਿਪਾਰਟਮੈਂਟ ਦੇ ਵੱਲੋਂ, ਅਤੇ ਟੀਚਰਸ ਵੱਲੋਂ ਵੀ ਬਹੁਤ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ। ਥੈਂਕ ਯੂ। ਨੇ ਡਾਕਟਰ ਹਰਵਿੰਦਰ ਕੌਰ ਜੋ ਕਿ ਡੀਨ ਕਲਚਰਲ ਅਫੇਅਰਸ ਨੇ ਅਤੇ ਹਿੰਦੀ ਡਿਪਾਰਟਮੈਂਟ ਦੇ ਹੈੱਡ ਹਨ, ਸਾਡੇ ਕਾਲਜ ਦੇ ਵਾਈਸ ਪ੍ਰਿੰਸੀਪਲ ਹਨ। ਇਹ ਹੁਣ ਤੁਹਾਨੂੰ ਦੱਸਣਗੇ ਕਿ ਕਿਸ ਤਰ੍ਹਾਂ ਅਸੀਂ ਵਿਦਿਆਰਥੀਆਂ ਦੇ ਲਈ ਜੋ ਕਲਚਰਲ ਐਕਟੀਵਿਟੀਜ਼ ਦੇ ਖੇਤਰ ਵਿੱਚ ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ। ਕਲਚਰਲ ਐਕਟੀਵਿਟੀ ਦੇ ਖੇਤਰ 'ਚ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਖਾਲਸਾ ਕਾਲਜ ਦਾ ਇੱਕ ਵਿਸ਼ੇਸ਼ ਸਥਾਨ ਹੈ। ਪਿਛਲੇ 15-16 ਸਾਲ ਤੋਂ ਅਸੀਂ ਲਗਾਤਾਰ ਜ਼ੋਨਲ ਯੂਥ ਫੈਸਟੀਵਲ ਵਿੱਚ ਵਿਨਰ ਹਾਂ। ਘੱਟੋ ਘੱਟ 40-50 ਕਾਲਜਾਂ ਨੂੰ ਹਰਾ ਕੇ ਅਸੀਂ ਵਿਨਰ ਹਾਂ, ਕਾਲਜ ਇੰਟਰ ਜ਼ੋਨਲ ਅਤੇ ਜ਼ੋਨਲ ਦੋਨਾਂ ਪਲੇਟਫਾਰਮਸ 'ਤੇ। ਅਤੇ ਕਲਚਰਲ ਐਕਟੀਵਿਟੀਜ਼ ਦੇ ਬੱਚਿਆਂ ਨੂੰ ਅਸੀਂ ਪਹਿਲਾਂ ਟ੍ਰੇਨਿੰਗ ਦਿੰਦੇ ਹਾਂ, ਫਿਰ ਨਾਲ ਹੀ ਉਹਨਾਂ ਦਾ ਰਿਫਰੈਸ਼ਮੈਂਟ ਚੱਲਦੀ ਹੈ ਅਤੇ ਅਸੀਂ ਉਹਨਾਂ ਨੂੰ ਇਸ ਕਾਬਲ ਬਣਾਉਂਦੇ ਹਾਂ ਕਿ ਉਹ ਆਪਣੇ ਪੈਰਾਂ 'ਤੇ ਵੀ ਖੜ੍ਹੇ ਹੋ ਸਕਣ। ਜਿੱਥੇ ਪੜ੍ਹਾਈ ਦਾ ਖਿਆਲ ਰੱਖਿਆ ਜਾਂਦਾ ਹੈ, ਉੱਥੇ ਨਾਲ ਬੱਚਿਆਂ 'ਚ ਇੱਕ ਸੈਲਫ ਕੌਨਫੀਡੈਂਸ ਅਤੇ ਜ਼ਿੰਦਗੀ ਦੀਆਂ ਸਾਰੀਆਂ ਮੁਸ਼ਕਿਲਾਂ ਨੂੰ ਕਿਵੇਂ ਫੇਸ ਕਰਨਾ ਹੈ, ਇਹ ਕਲਚਰਲ ਐਕਟੀਵਿਟੀਜ਼ ਇਹਦੇ 'ਚ ਬਹੁਤ ਵੱਡਾ ਆਪਣਾ ਯੋਗਦਾਨ ਨਿਭਾਉਂਦੀਆਂ ਹਨ। ਬਹੁਤ ਸਾਰੀਆਂ ਐਕਟੀਵਿਟੀਜ਼ ਹੈ, ਗਿੱਧਾ, ਭੰਗੜਾ, ਲਿਟਰੇਰੀ ਆਈਟਮਸ ਹੈ, ਜਿਹਦੇ 'ਚ ਐਲੋਕੇਸ਼ਨ, ਵਾਦ ਵਿਵਾਦ, ਕਵਿਤਾ ਉਚਾਰਨ, ਸੋ ਬਹੁਤ ਸਾਰੀਆਂ ਐਸੀਆਂ ਆਈਟਮ ਹੈ ਜਿਨ੍ਹਾਂ ਵਿੱਚ ਬੱਚੇ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਅਤੇ ਟੀਚਰ ਸਾਡੇ ਬਹੁਤ ਡੈਡੀਕੇਸ਼ਨ ਨਾਲ ਉਹਨਾਂ ਨੂੰ ਇਹ ਤਿਆਰੀ ਕਰਵਾਈ ਜਾਂਦੀ ਹੈ ਤਾਂ ਕਿ ਬੱਚਿਆਂ ਦੇ ਜਿਹੜਾ ਵਿਅਕਤਿਤਵ ਹੈ ਉਹਦਾ ਪੂਰਨ ਤੌਰ 'ਤੇ ਅਸੀਂ ਉਹਨਾਂ ਦਾ ਵਿਕਾਸ ਕਰ ਸਕੀਏ। ਇਹ ਸਾਡਾ ਮੇਨ ਜਿਹੜਾ ਮਕਸਦ ਹੁੰਦਾ ਹੈ। ਇਹ ਸਾਡੇ ਕਾਲਜ ਦੀ ਸ਼੍ਰੀ ਗੁਰੂ ਤੇਗ ਬਹਾਦਰ ਲਾਇਬ੍ਰੇਰੀ ਹੈ, ਜਿਸ ਦੇ ਵਿੱਚ ਕਈ ਤਰ੍ਹਾਂ ਦੀਆਂ ਕਿਤਾਬਾਂ ਬੱਚਿਆਂ ਦੇ ਯੂਜ਼ ਲਈ, ਮੈਗਜ਼ੀਨਸ, ਨਿਊਜ਼ਪੇਪਰਸ, ਜਰਨਲਸ। ਇੱਥੇ ਜਿਹੜਾ ਵੀ ਬੱਚਾ ਆਉਂਦਾ ਹੈ, ਜਿਹੜਾ ਵੀ ਟੀਚਰ ਇੱਥੇ ਆਉਂਦਾ ਹੈ, ਉਹ ਆਪਣੇ ਸਿਗਨੇਚਰਸ ਕਰਕੇ ਜਾਂਦਾ ਹੈ। ਔਰ ਇਹ ਕੰਪਿਊਟਰਸ ਹੈ ਜਿੱਥੇ ਬੱਚੇ ਆਪਣੀ ਬੁੱਕ ਸਰਚ ਕਰ ਸਕਦੇ ਨੇ, ਆਪਣੇ ਬੈਗ ਇੱਥੇ ਰੱਖ ਕੇ। ਇਹ ਬੱਚੇ ਇੱਥੇ ਬੈਠ ਕੇ ਏਸੀ ਇਨਵਾਇਰਨਮੈਂਟ ਦੇ ਵਿੱਚ ਚੰਗੀ ਤਰ੍ਹਾਂ ਪੜ੍ਹਦੇ ਨੇ। ਦੇਖ ਸਕਦੇ ਹੋ ਕਿ ਵਿਦਿਆਰਥੀ ਆਪਣੇ ਫ੍ਰੀ ਪੀਰੀਅਡ ਦੇ ਵਿੱਚ ਲਾਇਬ੍ਰੇਰੀ ਬੈਠੇ ਹੋਏ ਹਨ, ਆਪਣੇ ਫ੍ਰੀ ਟਾਈਮ ਦਾ ਫਾਇਦਾ ਉਠਾ ਰਹੇ ਹਨ। ਲਾਇਬ੍ਰੇਰੀ ਦੇ ਵਿੱਚ ਕਈ ਤਰ੍ਹਾਂ ਦੀਆਂ ਬੁੱਕਸ ਤੁਸੀਂ ਅੱਗੇ ਆ ਕੇ ਦੇਖੋਗੇ। ਉਸ ਸਟੈਂਡ ਦੇ ਉੱਪਰ ਕਈ ਤਰ੍ਹਾਂ ਦੇ ਜਰਨਲ, ਹਰ ਸਬਜੈਕਟ ਦੇ ਜੋ ਜਰਨਲ ਹੈ ਉਹ ਇੱਥੇ ਹੈਗੇ ਹਨ ਤਾਂ ਕਿ ਬੱਚੇ ਇਹਨੂੰ ਪੜ੍ਹ ਕੇ ਕੋਈ ਫਾਇਦਾ ਉਠਾ ਸਕਣ। ਹਰ ਤਰ੍ਹਾਂ ਦੀ ਨਿਊਜ਼ਪੇਪਰ, ਜਰਨਲਸ, ਮੈਗਜ਼ੀਨਸ, ਫ੍ਰੀ ਟਾਈਮ ਦੇ ਵਿੱਚ ਟੀਚਰਸ, ਸਟੂਡੈਂਟਸ ਇੱਥੇ ਆ ਕੇ ਪੜ੍ਹ ਸਕਦੇ ਹਨ। ਬੱਚੇ ਆਪਣੇ ਫ੍ਰੀ ਪੀਰੀਅਡ ਦੇ ਵਿੱਚ ਇੱਥੇ ਬੈਠ ਕੇ ਆਪਣੀ ਪੜ੍ਹ ਰਹੇ ਨੇ, ਅਸਾਈਨਮੈਂਟਸ ਬਣਾ ਰਹੇ ਹਨ। ਬੱਚੇ ਇੱਥੇ ਆ ਕੇ ਜਿਹੜੀ ਬੁੱਕ ਚਾਹੁੰਦੇ ਨੇ ਇਸ਼ੂ ਕਰਵਾ ਸਕਦੇ ਨੇ ਔਰ ਉਸ ਟਾਈਮ ਤੋਂ ਬਾਅਦ ਬੁੱਕ ਵਾਪਸ ਕਰਨਾ, ਇਸ਼ੂ ਰਿਟਰਨ ਦੇ ਇਹ ਸਾਰੇ ਕੰਪਿਊਟਰ ਪਏ ਨੇ। ਆਪਣੀ ਆਪਣੀ ਜਗ੍ਹਾ 'ਤੇ ਤੈਨਾਤ ਜੋ ਸਾਡੇ ਲਾਇਬ੍ਰੇਰੀ ਸਟਾਫ ਬੱਚਿਆਂ ਦੀ ਹੈਲਪ ਦੇ ਲਈ ਤਤਪਰ ਰਹਿੰਦਾ ਹੈ। ਇਹ ਸਾਰੀਆਂ ਜੋ ਅਲਮੀਰਾਜ਼ ਨੇ ਓਪਨ ਨੇ, ਬੱਚੇ ਇੱਥੇ ਆ ਕੇ ਕੋਈ ਵੀ ਬੁੱਕ ਚੁਣ ਕੇ
ਇਸ਼ੂ ਕਰਵਾ ਸਕਦੇ ਨੇ ਔਰ 2 ਹਫ਼ਤੇ ਦੇ ਅੰਦਰ ਉਹਨੂੰ ਪੜ੍ਹ ਕੇ ਰਿਟਰਨ ਕਰਕੇ ਦੁਬਾਰਾ ਹੋਰ ਬੁੱਕ ਇਸ਼ੂ ਕਰਾ ਸਕਦੇ ਨੇ। ਹੁਣ ਅਸੀਂ ਬੋਟਨੀ ਲੈਬ ਦੇ ਸਾਹਮਣੇ ਖੜੇ ਹਾਂ। ਇੱਥੇ ਬੋਟਨੀ ਲੈਬ, ਜ਼ੂਓਲੋਜੀ ਲੈਬ, ਫੂਡ ਪ੍ਰੋਸੈਸਿੰਗ ਲੈਬ, ਐਗਰੀਕਲਚਰ ਲੈਬ ਤੇ ਜੀਓਗ੍ਰਾਫੀ ਲੈਬ ਇਸ ਲੈਵਲ ਦੇ ਉੱਪਰ ਹੈ। ਆਓ ਮੈਂ ਅੰਦਰ ਆ ਕੇ ਤੁਹਾਨੂੰ ਦਿਖਾਉਂਦੀ ਹਾਂ ਕਿ ਕਿਸ ਤਰ੍ਹਾਂ ਇਹ ਜੋ ਬੋਟਨੀ ਲੈਬ ਦੇ ਵਿੱਚ ਸਾਰੇ ਇਨਸਟਰੂਮੈਂਟਸ ਪੜ੍ਹਾਈ ਕਰਵਾਉਣ ਦੇ ਲਈ ਪਏ ਹਨ। ਸਾਰੇ ਇਨਸਟਰੂਮੈਂਟਸ ਇੱਥੇ ਬੱਚੇ ਆਪਣੀ ਪ੍ਰੈਕਟੀਕਲ ਦੇ ਦੌਰਾਨ ਦੇਖਦੇ ਹਨ, ਆਪਣੇ ਟੀਚਰਸ ਤੋਂ ਸਿੱਖਦੇ ਹਨ। ਜੋ ਬੋਟਨਿਸਟਸ ਹੈ ਉਹਨਾਂ ਦੇ ਪੋਰਟਰੇਟਸ, ਉਹਨਾਂ ਦੇ ਬਾਰੇ ਲਿਖਿਆ ਹੋਇਆ ਹੈ ਦੀਵਾਰਾਂ ਤੇ, ਇੰਸਪੀਰੇਸ਼ਨ ਫॉर द ਸਟੂਡੈਂਟਸ। ਗਿਣਤੀ ਦੇ ਵਿੱਚ ਵਿਦਿਆਰਥੀ ਇੱਥੇ ਹਰ ਚੀਜ਼ ਦਾ ਫਾਇਦਾ ਉਠਾਉਂਦੇ ਨੇ ਔਰ ਪ੍ਰੈਕਟੀਕਲ ਓਰੀਐਂਟਡ ਜੋ ਐਜੂਕੇਸ਼ਨ ਹੈ ਉਹ ਹਾਸਲ ਕਰਦੇ ਹਨ। ਜ਼ੂਓਲੋਜੀ ਲੈਬ ਆਫ ਦ ਕਾਲਜ, ਇਸ ਦੇ ਵਿੱਚ ਅੰਦਰ ਤੁਸੀਂ ਆ ਕੇ ਦੇਖੋਗੇ ਕਿ ਕਈ ਤਰ੍ਹਾਂ ਦੇ ਇਨਸਟਰੂਮੈਂਟਸ ਫॉर ਥਿਊਰੀ ਐਂਡ ਪ੍ਰੈਕਟੀਕਲ ਪਏ ਹਨ। ਦੀਵਾਰਾਂ ਸਜੀਆਂ ਹੋਈਆਂ ਹਨ ਚਾਰਟਸ ਦੇ ਨਾਲ, ਜਿਸ ਦੇ ਨਾਲ ਕਿ ਬੱਚੇ ਆਪਣੇ ਥਿਊਰੀ ਔਰ ਪ੍ਰੈਕਟੀਕਲ ਇਹਨਾਂ ਲੈਬਸ ਦੇ ਵਿੱਚ ਹੀ ਬੈਠ ਕੇ ਥਿਊਰੀ ਔਰ ਪ੍ਰੈਕਟੀਕਲ ਦੋਨਾਂ ਦੀ ਜੋ ਇਨਫੋਰਮੇਸ਼ਨ ਹੈ, ਨੌਲੇਜ ਹੈ, ਉਹ ਆਪਣੇ ਬਹੁਤ ਹੀ ਮਾਹਿਰ ਟੀਚਰਸ ਤੋਂ ਪ੍ਰਾਪਤ ਕਰਦੇ ਹਨ। ਨਾਓ ਵੀ ਆਰ ਇਨ ਡਿਪਾਰਟਮੈਂਟ ਐਂਡ ਲੈਬ ਆਫ ਜ਼ੂਓਲੋਜੀ। ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਜੀਓਗ੍ਰਾਫੀ ਦੇ ਬਾਹਰ ਖੜੇ ਹਾਂ ਔਰ ਆਓ ਮੈਂ ਤੁਹਾਨੂੰ ਅੰਦਰ ਲੈ ਕੇ ਦਿਖਾਉਂਦੀ ਹਾਂ ਕਿ ਕਿਸ ਤਰ੍ਹਾਂ ਇਹ ਰਿਮੋਟ ਸੈਂਸਿੰਗ ਦੀ ਕਲਾਸ ਚੱਲ ਰਹੀ ਹੈ। ਡਾਕਟਰ ਗੋਰਖ ਸਿੰਘ ਜੋ ਕਿ ਇਸ ਪੀਜੀ ਡਿਪਾਰਟਮੈਂਟ ਦੇ ਹੈੱਡ ਆਫ ਦ ਡਿਪਾਰਟਮੈਂਟ ਹਨ, ਕਲਾਸ ਲੈ ਰਹੇ ਹਨ ਰਿਮੋਟ ਸੈਂਸਿੰਗ ਦੀ। ਔਰ ਇਹ ਜਿਹੜਾ ਜੀਓਗ੍ਰਾਫੀ ਦਾ ਸਬਜੈਕਟ ਹੈ ਇਹ ਜਨਰਲ ਨੌਲੇਜ ਦੇ ਲਈ, IAS PCS ਕੰਪੀਟੀਟਿਵ ਐਗਜ਼ਾਮਸ ਦੇ ਲਈ ਇਸ ਦੀ ਬਹੁਤ ਜ਼ਿਆਦਾ ਹੈਲਪ ਹੁੰਦੀ ਹੈ। ਔਰ ਇਸ ਲੈਬ ਦੇ ਵਿੱਚ ਥਿਊਰੀ ਔਰ ਪ੍ਰੈਕਟੀਕਲ ਜੋ ਹੈ ਉਹ ਸਾਡੇ ਸਟੂਡੈਂਟਸ ਆਪਣੇ ਟੀਚਰ ਤੋਂ, ਆ ਦੇਖੋ ਦੀਵਾਰਾਂ ਦੇ ਉੱਪਰ ਸਾਰੀ ਇਨਫੋਰਮੇਸ਼ਨ ਕਿਸ ਤਰ੍ਹਾਂ ਟੀਚਰ ਉਸ ਤਰ੍ਹਾਂ ਉਹਨਾਂ ਨੂੰ ਸਮਝਾ ਰਹੇ ਹਨ। ਔਰ ਇੱਧਰ ਵੀ ਦੀਵਾਰਾਂ ਦੇ ਉੱਪਰ ਤਰ੍ਹਾਂ ਦੇ ਚਾਰਟ ਲੱਗੇ ਹੋਏ ਹਨ ਜੋ ਕਿ ਵਿਦਿਆਰਥੀ ਪੜ੍ਹ ਕੇ ਇੱਥੋਂ ਨੌਲੇਜ ਪ੍ਰਾਪਤ ਕਰਦੇ। ਹਾਂਜੀ, ਅੱਜ ਆਪਾਂ ਇੱਥੇ ਖਾਲਸਾ ਕਾਲਜ ਪਟਿਆਲਾ ਵਿਖੇ ਜੀਓਗ੍ਰਾਫੀ ਦੀ ਲੈਬ ਵਿੱਚ ਖੜ੍ਹੇ ਹਾਂ, ਜਿਹੜੀ ਕਿ GIS ਐਂਡ ਰਿਮੋਟ ਸੈਂਸਿੰਗ ਲੈਬ ਆ। ਇਹਦੇ ਵਿੱਚ ਰਿਮੋਟ ਸੈਂਸਿੰਗ ਨਾਲ ਸੰਬੰਧਿਤ ਜਿਹੜੇ ਕੋਰਸ ਨੇ ਉਹ ਕਰਵਾਏ ਜਾਂਦੇ ਨੇ। ਇਹ ਸਾਡੇ ਜਿਹੜੇ ਪਏ ਨੇ ਲੈਪਟਾਪ ਤੇ ਕੰਪਿਊਟਰ ਪਏ ਨੇ, ਇਹਨਾਂ ਰਾਹੀਂ ਬੱਚਿਆਂ ਨੂੰ ਅਸੀਂ ਜਿਹੜੀ ਦਿਨ ਪ੍ਰਤੀ ਦਿਨ ਦੀ ਨੌਲੇਜ ਹੁੰਦੀ ਆ ਉਹ ਅਸੀਂ ਦੇ ਰਹੇ ਹਾਂ। ਸੋ ਇਹਦੇ ਨਾਲ ਕੀ ਹੁੰਦਾ ਕਿ ਬੱਚਿਆਂ ਦੀ ਜਿਹੜੀ ਪਲੇਸਮੈਂਟ ਹੈਗੀ ਆ ਉਹ ਬਹੁਤ ਵਧੀਆ ਸੌਖੇ ਤਰੀਕੇ ਨਾਲ ਹੋ ਜਾਂਦੀ ਆ। ਸੋ ਜਿਹੜਾ ਜੀਓਗ੍ਰਾਫੀ ਸਬਜੈਕਟ ਹੈਗਾ ਇਹ ਆਪਣੇ ਆਪ 'ਚ ਇੱਕ ਬਹੁਤ ਵੱਡਾ ਸਬਜੈਕਟ ਹੈਗਾ, ਕਿਉਂਕਿ ਜੀਓਗ੍ਰਾਫੀ ਇਜ਼ ਦਾ ਮਦਰ ਆਫ ਆਲ ਸਾਇੰਸਿਸ ਇਹ ਕਿਹਾ ਜਾਂਦਾ, ਕਿਉਂਕਿ ਇਹਦੇ ਵਿੱਚੋਂ ਜਿਹੜੀ ਜਨਰਲ ਨੌਲੇਜ ਹੈਗੀ ਆ ਉਹ ਬਹੁਤ ਜ਼ਿਆਦਾ ਨਿਕਲਦੀ ਹੈਗੀ ਆ। ਜਿੰਨੇ ਵੀ ਪੇਪਰ ਹੁੰਦੇ ਨੇ UPSC ਦੇ, PPSC ਦੇ ਜਾਂ ਹੋਰ ਕੰਪੀਟੀਟਿਵ ਐਗਜ਼ਾਮ ਹੁੰਦੇ ਨੇ ਸਾਰੇ, ਉਹ GK ਇਹਨਾਂ 'ਚੋਂ ਬਹੁਤ ਜ਼ਿਆਦਾ ਨਿਕਲਦੀ ਆ। ਸੋ ਥੈਂਕ ਯੂ ਜੀ। Welcome to Food Processing Lab, and let us go inside and see what is happening inside. Okay, so I can see Professor Rosie Bansal here, and who will tell you about this wonderfully equipped lab. Yes, Dr. Rosie Bansal. डॉक्टर रोज़ी। सो हमारा जो ये कोर्स है दिस इज़ एक्चुअली फूड प्रोसेसिंग एंड इंजीनियरिंग ग्रेजुएशन। सो इट इज़ हैविंग मल्टीपल एंट्री एंड एग्जिट पॉइंट्स। तो बच्चे इसमें छोड़ के भी जा सकते हैं, मोबिलिटी है एंड फ्लेक्सिबिलिटी के साथ है। इफ़ ही इज़ गोइंग टू टेक एग्जिट आफ्टर 6 months, ही इज़ गोइंग टू गेट अ सर्टिफिकेट, एंड इफ़ ही इज़ गोइंग टू एग्जिट आफ्टर 1 year, ही इज़ गोइंग टू गेट अ डिप्लोमा. After 2 years, he will be getting advanced diploma, and after 3 years, the complete degree course. So it's all about food technology, food processing, which is the most, happening course of this time. This is actually the need of the hour. So what we do in this course, actually, we have adopted the qualification packs which are being provided by NSDC. It's National Skill Development Corporation. All the qualification packs have some meaning. As we have adopted, the first qualification pack is baking technician. So we guide our students regarding all the baking techniques, what are the new techniques, what are the innovations being covered under food technology. So we used to bake the products, we used to process our products, and all the baking experiments are being done here. All the quality tests are being performed by the students. Like we have all facilities for the testing of foods as well. Like we have muffle furnace with us. We have the baking oven, we have gel dal apparatus, this is the sieve shaker, then milling machines, the auxiliary apparatus is there. So all, it's a well equipped lab which we provide all the facilities to the students as well, how they can bake, they can process as well as test the products. ਹੁਣ ਮੈਂ ਤੁਹਾਨੂੰ ਲੈ ਕੇ ਚਲਦੀ ਹਾਂ ਆਪਣੇ ਕਾਲਜ ਦੇ ਸਪੋਰਟਸ ਕੰਪਲੈਕਸ ਦੇ ਅੰਦਰ, ਜੋ ਕਿ ਹੈ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕੰਪਲੈਕਸ।
ਇਸ ਕੰਪਲੈਕਸ ਦੇ ਅੰਦਰ ਤੁਹਾਨੂੰ ਬਹੁਤ ਐਸੇ ਪੋਰਟਰੇਟਸ ਮਿਲਣਗੇ, ਐਸੀਆਂ ਫੋਟੋਗ੍ਰਾਫਸ ਮਿਲਣਗੀਆਂ ਜੋ ਕਿ ਸਾਡੇ ਸਟੂਡੈਂਟਸ ਦੀਆਂ ਨੇ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਨੈਸ਼ਨਲ ਔਰ ਇੰਟਰਨੈਸ਼ਨਲ ਪ੍ਰਾਪਤੀਆਂ ਕੀਤੀਆਂ ਹਨ। ਆਓ ਮੈਂ ਤੁਹਾਨੂੰ ਅੰਦਰ ਲੈ ਕੇ ਚੱਲਾਂ ਔਰ ਦਿਖਾਵਾਂ ਕਿ ਕਿਸ ਤਰ੍ਹਾਂ ਉੱਥੋਂ ਦਾ ਐਰੋਬਿਕਸ ਹਾਲ ਜੋ ਹੈ, ਜੋ ਕਿ ਉੱਥੋਂ ਦੀਆਂ ਮਸ਼ੀਨਸ ਹੈ, ਜਿਮ ਹੈ ਔਰ ਸਾਰੀਆਂ ਜੋ ਪ੍ਰਾਪਤੀਆਂ ਹੈ ਉਹਨਾਂ ਦਾ ਰਿਕਾਰਡ ਹੈ। ਆਓ ਮੈਂ ਅੰਦਰ ਲੈ ਕੇ ਚੱਲਾਂ। ਇਹ ਜਿਹੜੀਆਂ ਦੀਵਾਰਾਂ ਤੇ ਤੁਸੀਂ ਫੋਟੋਜ਼ ਦੇਖ ਰਹੇ ਹੋ ਇਹ ਸਾਡੇ ਸਟੂਡੈਂਟਸ ਦੀਆਂ ਹਨ ਜਿਨ੍ਹਾਂ ਨੇ ਕਿ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਮੱਲਾਂ ਮਾਰੀਆਂ ਹਨ ਵੱਖ-ਵੱਖ ਸਪੋਰਟਸ ਦੇ ਖੇਤਰ ਵਿੱਚ। ਸਭ ਤੋਂ ਪਹਿਲਾਂ ਅਮਨ ਸੈਣੀ ਜੋ ਆਰਚਰੀ ਦੇ ਵਿੱਚ ਇਸਨੇ ਟਰਕੀ, ਕੋਰੀਆ, ਬੰਗਲਾਦੇਸ਼, ਪੂਜਾ ਨੇ ਦੁਬਈ ਦੇ ਵਿੱਚ ਜੋ ਸਿਲਵਰ ਮੈਡਲ ਹਾਸਲ ਕੀਤਾ ਹੈ ਵਰਲਡ ਪੈਰਾ ਚੈਂਪੀਅਨਸ਼ਿਪ ਦੇ ਵਿੱਚ। ਤਨਿਸ਼ਾ ਵਰਮਾ ਹੈ ਆਰਚਰੀ, ਸਿਲਵਰ ਮੈਡਲ ਇਨ ਏਸ਼ੀਆ ਕੱਪ ਹੈਲਡ ਐਟ ਬੈਂਕਾਕ, ਥਾਈਲੈਂਡ। ਇਸੇ ਤਰ੍ਹਾਂ ਬਹੁਤ ਹੀ ਸਾਰੀਆਂ ਤੁਸੀਂ ਦੂਸਰੇ ਦੀਵਾਰ ਤੇ ਵੀ ਦੇਖ ਸਕਦੇ ਹੋ। ਏਸ਼ੀਅਨ ਗੇਮਸ ਦੇ ਵਿੱਚ ਬੱਚੇ ਪਾਰਟ ਲੈਂਦੇ ਹੈ ਔਰ ਰਿਪਰੈਜ਼ੈਂਟ ਕਰਦੇ ਹੈ ਆਪਣੇ ਕਾਲਜ ਨੂੰ ਔਰ ਕਈ ਤਰ੍ਹਾਂ ਦੀਆਂ ਪ੍ਰਾਪਤੀਆਂ ਇਹਨਾਂ ਦੀਆਂ ਹਨ। ਐਜ਼ ਬੈਕ ਐਜ਼ 2004 ਐਂਡ 5 ਇਹ ਸਾਡੇ ਜਿਹੜੇ ਬਹੁਤ ਹੀ ਹੋਣਹਾਰ ਟੈਲੈਂਟਡ ਸਾਡੇ ਪਲੇਅਰਸ ਨੇ ਇਹਨਾਂ ਨੇ ਆਪਣਾ ਹੀ ਨਹੀਂ, ਆਪਣੇ ਪੈਰੈਂਟਸ ਦਾ ਨਹੀਂ ਬਲਕਿ ਆਪਣੇ ਟੀਚਰਸ ਦਾ, ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ ਕਈ ਤਰ੍ਹਾਂ ਦੀਆਂ ਸਪੋਰਟਸ ਦੇ ਵਿੱਚ। ਇਸੇ ਮੈਦਾਨ ਦੇ ਵਿੱਚ ਬੱਚੇ ਇੱਥੇ ਦਿਨ ਰਾਤ ਰਿਆਜ਼ ਕਰਦੇ ਨੇ, ਪ੍ਰੈਕਟਿਸ ਕਰਦੇ ਹੈ ਔਰ ਉਸ ਸਾਰੀ ਪ੍ਰੈਕਟਿਸ ਦਾ ਹੀ ਸਿਲਾ ਹੈ, ਨਤੀਜਾ ਹੈ ਸਾਡੇ ਟੀਚਰਸ ਦਾ ਜੋ ਕਿ ਇਹਨਾਂ ਦੇ ਨਾਲ ਗਰਮੀ ਸਰਦੀ ਸਵੇਰ ਸ਼ਾਮ ਪ੍ਰੈਕਟਿਸ ਕਰਦੇ ਨੇ ਔਰ ਇਸ ਮਿਹਨਤ ਦਾ ਹੀ ਜ਼ਰੀਏ ਇਹ ਜਿਹੜੇ ਬੱਚੇ ਨੇ ਇੰਨੀਆਂ ਪ੍ਰਾਪਤੀਆਂ ਹਾਸਲ ਕਰ ਸਕੇ ਨੇ, ਕਾਲਜ ਦਾ ਨਾਮ ਰੌਸ਼ਨ ਕੀਤਾ। ਸਾਨੂੰ ਮਾਣ ਹੈ ਸਾਡੇ ਇਹਨਾਂ ਵਿਦਿਆਰਥੀਆਂ ਤੇ, ਬਹੁਤ ਹੀ ਹੋਣਹਾਰ ਵਿਦਿਆਰਥੀ। ਸਾਡੇ ਬੱਚਿਆਂ ਦੀਆਂ ਪ੍ਰਾਪਤੀਆਂ ਦੇ ਜਿਹੜੇ ਤੁਸੀਂ ਸਬੂਤ ਹੈ ਉਹ ਇੱਥੇ ਦੇਖ ਸਕਦੇ ਹੋ ਜੋ ਕਿ ਟਰੋਫੀਜ਼ ਦੇ ਰੂਪ ਦੇ ਵਿੱਚ ਇੱਥੇ ਪਏ ਹਨ। ਬਹੁਤ ਹੀ ਹੋਣਹਾਰ ਸਾਡੇ ਵਿਦਿਆਰਥੀ ਦਿਨ ਰਾਤ ਜਦੋਂ ਸਪੋਰਟਸ ਗਰਾਊਂਡ ਦੇ ਵਿੱਚ ਉਹ ਮਿਹਨਤ ਕਰਦੇ ਹੈ ਤਾਂ ਦੇਖਦੇ ਹੀ ਬੰਦਾ ਹੈ ਉਹ ਸੀਨ। ਨਾ ਕਿਸੇ ਗਰਮੀ ਸਰਦੀ ਦੀ ਪਰਵਾਹ ਕੀਤੇ ਗਏ, ਨਾ ਕੋਈ ਉਹ ਘੜੀ ਔਰ ਟਾਈਮ ਦੇਖਦੇ ਹੈ। ਆਪਣੇ ਕੋਚਿਸ ਦੇ ਨਾਲ, ਆਪਣੇ ਪ੍ਰੋਫੈਸਰ ਸਾਹਿਬਾਨ ਦੇ ਨਾਲ ਉਹ ਦਿਨ ਰਾਤ ਮਿਹਨਤ ਕਰਦੇ ਹਨ ਤਾਂ ਕਿ ਇਹ ਸਾਰੇ ਮੈਡਲ, ਟਰੋਫੀਜ਼, ਪ੍ਰਾਈਜ਼ਸ, ਇਨਾਮ ਕਾਲਜ ਲੈ ਕੇ ਆ ਸਕਣ। ਔਰ ਹਰ ਟਰੋਫੀ ਦੇ ਪਿੱਛੇ ਇੱਕ ਬਹੁਤ ਲੰਬੀ ਕਹਾਣੀ ਹੁੰਦੀ ਹੈ ਪ੍ਰੈਕਟਿਸ ਦੀ, ਰਿਆਜ਼ ਦੀ, ਤਪੱਸਿਆ ਦੀ ਔਰ ਸਾਧਨਾ ਦੀ। ਤੁਸੀਂ ਹੁਣੇ ਦੇਖਿਆ ਕਈ ਟਰੋਫੀਜ਼ ਨੇ। ਹੁਣ ਤੁਹਾਨੂੰ ਮੈਂ ਲੈ ਕੇ ਆ ਰਹੀ ਹਾਂ ਜਿਮ ਦੇ ਅੰਦਰ ਜੋ ਕਿ ਇੰਟਰਨੈਸ਼ਨਲ ਲੈਵਲ ਦਾ ਜਿਮ ਹੈ। ਇਹ ਜੋ ਜਿਮ ਹੈ ਵਿਦਿਆਰਥੀਆਂ ਲਈ ਤਾਂ ਹੈ ਹੀ ਹੈ ਪਰ ਇੱਥੇ ਸਟਾਫ ਮੈਂਬਰਸ ਵੀ ਆ ਕੇ ਵਰਜਿਸ਼, ਕਸਰਤ ਕਰ ਸਕਦੇ ਨੇ ਆਪਣੇ ਫ੍ਰੀ ਟਾਈਮ ਦੇ ਵਿੱਚ। ਵੈਲ ਇਕੁਇਪਡ ਇਹ ਸਾਡਾ ਜਿਮ ਹੈ ਜਿੱਥੇ ਸਾਡੇ ਵਿਦਿਆਰਥੀ ਦਿਨ ਰਾਤ ਤਪੱਸਿਆ ਕਰਦੇ ਨੇ, ਮਿਹਨਤ ਕਰਦੇ ਨੇ, ਤਗੜੇ ਜੁੱਸੇ ਵਾਲੇ ਬੰਦੇ ਨੇ ਤੇ ਆਪਣੇ ਅਧਿਆਪਕ ਸਾਹਿਬਾਨ ਦੇ ਨਾਲ ਮਿਲ ਕੇ ਆਪਣੇ ਹੌਸਲੇ ਵੀ ਉਨੇ ਹੀ ਬੁਲੰਦ ਕਰਦੇ ਨੇ ਔਰ ਕਈ ਤਰ੍ਹਾਂ ਦੀਆਂ ਜੋ ਪ੍ਰਾਪਤੀਆਂ ਹਨ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਉਹ ਸਾਡੇ ਕਾਲਜ ਲਈ ਲੈ ਕੇ ਆਉਂਦੇ ਹਨ। ਸਾਨੂੰ ਮਾਣ ਹੈ ਆਪਣੇ ਵਿਦਿਆਰਥੀਆਂ ਤੇ। ਸਾਡੇ ਕਾਲਜ ਦੀ ਕਰਾਊਨਿੰਗ ਗਲੋਰੀ ਹੁਣ ਅਸੀਂ ਆਪਣੇ ਕਾਲਜ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੜੇ ਹਾਂ ਜਿੱਥੇ ਹਰ ਮਹੀਨੇ ਸੰਗਰਾਂਦ ਦਾ ਜਿਹੜਾ ਦਿਵਸ ਹੈ ਉਹ ਮਨਾਇਆ ਜਾਂਦਾ ਹੈ। ਹਰ ਤਰ੍ਹਾਂ ਦੀ ਮੀਟਿੰਗਸ ਜੋ ਹੈ ਉਹ ਇੱਥੇ ਹੁੰਦੀਆਂ ਹਨ। ਜਿਹੜੇ ਸਾਡੇ ਪ੍ਰਿੰਸੀਪਲ ਸਰ ਹਨ ਉਹ ਹਰ ਤਰ੍ਹਾਂ ਦਾ ਓਰੀਐਂਟੇਸ਼ਨ ਤੇ ਇੰਡਕਸ਼ਨ ਪ੍ਰੋਗਰਾਮ ਇੱਥੇ ਕਰਦੇ ਹਨ। ਇਸ ਗੁਰਦੁਆਰਾ ਸਾਹਿਬ ਦੇ ਬਾਹਰ ਆਪਣੇ ਬਾਹਰ ਤੁਕ ਜਿਹੜੀ ਲਿਖੀ ਹੋਈ ਹੈ, ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜੇ ਤੁਮਰੇ ਦੁਆਰੇ ਆਇਆ। ਵਾਕਈ ਬੱਚੇ ਜਦੋਂ ਵੀ ਇੱਥੇ ਫ੍ਰੀ ਹੁੰਦੇ ਹਨ ਇੱਥੇ ਵੀ ਆ ਕੇ ਬੈਠ ਕੇ ਪਾਠ ਕਰਦੇ ਹਨ ਔਰ ਬੜੇ ਉਤਸ਼ਾਹ ਦੇ ਨਾਲ ਆਪਣਾ ਜੋ ਦਿਨ ਦੀ ਸ਼ੁਰੂਆਤ ਇੱਥੇ ਮੱਥਾ ਟੇਕ ਕੇ ਕਰਦੇ ਹਨ। DDU ਕੌਸ਼ਲ ਕੇਂਦਰ ਦੇ ਵਿੱਚ ਆ ਗਏ ਹਾਂ ਜਿੱਥੇ ਕਿ ਕੁਸ਼ਲ ਜੋ ਕਿ ਕੌਸ਼ਲਤਾ ਜੋ ਕਿ ਸਕਿੱਲ ਦਾ ਹੱਬ ਹੈ। ਇੱਥੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਹੁਨਰਮੰਦ ਬਣਨਾ ਹੈ ਇਹ ਸਿਖਾਇਆ ਜਾਂਦਾ ਹੈ। ਵੋਕੇਸ਼ਨਲ ਕੋਰਸ ਹੈ ਸੋ ਅੱਜ ਕੱਲ੍ਹ ਜਿਵੇਂ ਸਕਿੱਲ ਬੇਸਡ ਐਜੂਕੇਸ਼ਨ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਤਾਂ ਇੱਥੇ ਬੱਚੇ ਕੁਸ਼ਲ ਸਿੱਖਦੇ ਨੇ, ਆਪਣੇ ਹੱਥੀਂ ਕੰਮ ਕਰਨਾ ਸਿੱਖਦੇ ਨੇ ਔਰ ਇਸ ਕੋਰਸ ਕਰਨ ਤੋਂ ਬਾਅਦ ਬੱਚੇ ਆਪਣਾ ਕੋਈ ਰੋਜ਼ਗਾਰ ਖੋਲ੍ਹ ਸਕਦੇ ਨੇ। ਦੀਵਾਰਾਂ 'ਤੇ ਤੁਸੀਂ ਦੇਖ ਸਕਦੇ ਹੋ, ਆਪਣੇ ਆਸ-ਪਾਸ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਵੇਂ ਕਾਰ ਦਾ ਹੀ ਇੱਥੇ ਅਸੀਂ ਗੱਲ ਕਰੀਏ ਤਾਂ ਉਸਦੇ ਪਾਰਟਸ ਐਕਸਪਲੇਨ ਕੀਤੇ ਹੋਏ ਹੈ। ਕੱਲ੍ਹ ਨੂੰ ਬੱਚੇ ਨੇ ਆਪਣਾ ਕੋਈ ਐਸਾ ਕੰਮ ਸ਼ੁਰੂ ਕਰਨਾ ਹੈ ਤਾਂ ਇੱਥੇ ਉਹ ਸਕਿੱਲ ਸਿੱਖ ਸਕਦਾ ਹੈ ਕਿ ਕਿਸ ਤਰ੍ਹਾਂ ਉਹ ਕਾਰ ਨੂੰ ਖੋਲ੍ਹ ਕੇ ਠੀਕ ਕਰ ਸਕਦਾ ਹੈ। ਤਾਂ ਬਹੁਤ ਹੀ ਜੋ ਸਕਿੱਲ ਬੇਸਡ ਨੌਲੇਜ ਹੈ, ਕੁਆਲਿਟੀ ਐਜੂਕੇਸ਼ਨ ਹੈ ਇੱਥੋਂ ਪ੍ਰਾਪਤ ਕਰਦੇ ਨੇ। ਦੇਖ ਸਕਦੇ ਹੋ ਕਿ ਲੈਬ ਦੇ ਵਿੱਚ ਕਈ ਤਰ੍ਹਾਂ ਦੇ ਇੰਸਟਰੂਮੈਂਟਸ ਪਏ ਨੇ। ਇਹਨਾਂ ਦੇ ਟੀਚਰਸ ਬੱਚਿਆਂ ਨੂੰ ਇੱਥੇ ਥਿਊਰੀ ਅਤੇ ਪ੍ਰੈਕਟੀਕਲ ਬੇਸਡ ਜੋ ਨੌਲੇਜ ਹੈ ਉਹ ਪ੍ਰਦਾਨ ਕਰਦੇ ਹਨ। ਇਹ UGC ਸਪਾਂਸਰਡ ਕੋਰਸ ਹੈ ਔਰ ਇਹ ਉਹਨਾਂ ਦੀ ਲੈਬ ਹੈ। ਹੁਣ ਅਸੀਂ ਕਾਲਜ ਦੇ NCC ਵਿੰਗ ਦੇ ਵਿੱਚ ਖੜੇ ਹਾਂ ਔਰ ਇਹ 에ਅਰ ਵਿੰਗ ਵੀ ਹੈ ਇੱਥੇ ਔਰ ਨੇਵਲ ਵਿੰਗ ਵੀ ਹੈ ਔਰ ਆਰਮੀ ਵਿੰਗ ਹੈ। ਤਿੰਨੋਂ ਤਰ੍ਹਾਂ ਦੇ ਵਿੰਗ ਸਾਡੇ NCC ਦੇ ਇੱਥੇ ਚੱਲਦੇ ਹਨ ਜਿਹਦੇ ਵਿੱਚ ਵਿਦਿਆਰਥੀ ਵੱਧ ਗਿਣਤੀ ਦੇ ਵਿੱਚ ਭਾਗ ਲੈਂਦੇ ਹਨ ਅਤੇ ਇਸ ਕਾਬਿਲ ਬਣਦੇ ਹਨ ਕਿ ਉਹ ਜ਼ਿੰਦਗੀ ਵਿੱਚ ਕਰ ਸਕਣ। ਮੈਂ ਹੁਣ ਪ੍ਰੋਫੈਸਰ ਬਲਦੇਵ ਸਿੰਘ ਨਾਲ ਤੁਹਾਡੀ ਗੱਲਬਾਤ ਕਰਵਾ ਰਹੀ ਹਾਂ। ਸਤਿ ਸ਼੍ਰੀ ਅਕਾਲ ਜੀ।
ਜਿਸ ਤਰ੍ਹਾਂ ਕਿ ਸਾਡੇ ਇੰਡੀਆ ਦੇ ਵਿੱਚ ਸਾਡੀਆਂ 3 ਆਰਮਡ ਫੋਰਸਿਸ ਹੈ, ਇੰਡੀਅਨ ਆਰਮੀ, ਇੰਡੀਅਨ ਨੇਵੀ ਐਂਡ ਇੰਡੀਅਨ 에ਅਰ ਫੋਰਸ। ਉਸੇ ਤਰ੍ਹਾਂ ਹੀ ਐਨਸੀਸੀ ਇੱਕ ਵਲੰਟੀਅਰ ਆਰਗੇਨਾਈਜੇਸ਼ਨ ਹੈ ਜੋ ਸਾਡੀ ਮਿਨਿਸਟਰੀ ਆਫ ਡਿਫੈਂਸ ਵੱਲੋਂ ਯੂਥ ਨੂੰ ਇੰਸਪਾਇਰ ਕਰਨ ਦੇ ਲਈ, ਮੋਟੀਵੇਟ ਕਰਨ ਦੇ ਲਈ ਬਣਾਈ ਗਈ ਹੈ, ਤਾਂ ਕਿ ਯੂਥ ਜਿਹੜਾ ਆਪਣਾ ਭਵਿੱਖ ਹੈ, ਆਪਣਾ ਕਰੀਅਰ ਹੈ, ਸਾਡੀ ਆਰਮਡ ਫੋਰਸਿਸ ਦੇ ਵਿੱਚ ਬਣਾ ਸਕਣ। ਸੋ ਫੋਰਸਿਸ ਦੀ ਤਰ੍ਹਾਂ ਹੀ ਸਰ ਤਿੰਨੋਂ ਸਾਡੇ ਕੋਲ ਐਨਸੀਸੀ ਦੇ ਵਿੱਚ ਵਿੰਗ ਹੁੰਦੇ, ਐਨਸੀਸੀ ਆਰਮੀ ਵਿੰਗ, 에ਅਰ ਵਿੰਗ ਐਂਡ ਨੇਵਲ ਵਿੰਗ। ਸੋ ਬੱਚਾ ਆਪਣੀ ਫਸਟ ਈਅਰ ਗ੍ਰੈਜੂਏਸ਼ਨ ਕਲਾਸ ਦੇ ਵਿੱਚ ਐਨਸੀਸੀ ਜੁਆਇਨ ਕਰਦਾ ਆ। ਸੋ ਗ੍ਰੈਜੂਏਸ਼ਨ ਦੇ 3 ਸਾਲਾਂ ਦੇ ਨਾਲ ਉਹਦੀ 3 ਸਾਲ ਐਨਸੀਸੀ ਨਾਲ ਚੱਲਦੀ ਹੈ। ਸੋ ਸੈਕੰਡ ਈਅਰ ਦੇ ਵਿੱਚ ਉਹ ਬੀ ਸਰਟੀਫਿਕੇਟ ਹਾਸਲ ਕਰਦਾ, ਥਰਡ ਈਅਰ ਦੇ ਵਿੱਚ ਉਹ ਸੀ ਸਰਟੀਫਿਕੇਟ ਹਾਸਲ ਕਰਦਾ। ਸੋ ਜਿਹੜੀ ਫਾਈਨਲ ਰਿਜ਼ਰਵੇਸ਼ਨ ਉਹਨਾਂ ਨੂੰ ਜੌਬ ਦੇ ਵਿੱਚ ਮਿਲਣੀ ਹੈ ਉਹ ਸੀ ਸਰਟੀਫਿਕੇਟ ਦੀ ਰਿਗਾਰਡਿੰਗ ਹੈ। ਸੋ ਐਨਸੀਸੀ ਸੀ ਸਰਟੀਫਿਕੇਟ ਕੈਂਡੀਡੇਟ ਹੈ ਜਿਹੜਾ ਉਹ ਡਾਇਰੈਕਟਲੀ ਇੰਡੀਅਨ ਆਰਮਡ ਫੋਰਸਿਸ ਦੇ ਵਿੱਚ ਐਨਸੀਸੀ ਸਪੈਸ਼ਲ ਐਂਟਰੀ ਦੇ ਥਰੂ ਐਜ਼ ਅ ਕਮਿਸ਼ਨਡ ਆਫੀਸਰ, ਲੈਫਟੀਨੈਂਟ ਫਲਾਈਂਗ ਆਫੀਸਰ ਉਹ ਅਪਲਾਈ ਕਰ ਸਕਦਾ ਆ, ਭਰਤੀ ਹੁੰਦਾ ਆ। ਸੋ ਐਨਸੀਸੀ ਦੇ ਆਰਮਡ ਫੋਰਸਿਸ ਤੋਂ ਇਲਾਵਾ ਵੀ ਸਾਡੀ ਸਟੇਟ ਜਿਹੜੀਆਂ ਸਾਡੀ ਸਟੇਟ ਗਵਰਨਮੈਂਟਸ ਨੇ ਉਹਨਾਂ ਨੇ ਹਰ ਇੱਕ ਡਿਪਾਰਟਮੈਂਟ ਦੇ ਵਿੱਚ ਐਨਸੀਸੀ ਦੇ ਬੱਚਿਆਂ ਲਈ ਕੁਝ ਰਿਜ਼ਰਵੇਸ਼ਨ ਰੱਖੀ ਹੁੰਦੀ ਹੈ, ਮਾਰਕਸ ਰੱਖੇ ਹੈ ਬੋਨਸ। ਜਿਸ ਤਰ੍ਹਾਂ ਬੀ ਸਰਟੀਫਿਕੇਟ ਦੇ 10 ਮਾਰਕਸ ਹੈ, ਸੀ ਸਰਟੀਫਿਕੇਟ ਦੇ 15 ਮਾਰਕਸ। ਸੋ ਹਰ ਇੱਕ ਕੈਂਡੀਡੇਟ ਨੂੰ ਇਹ ਬੋਨਸ ਮਾਰਕਸ ਉਹਨਾਂ ਦੀ ਇੰਟਰਵਿਊ ਦੇ ਵਿੱਚ ਟੋਟਲ ਮੈਰਿਟ ਤੋਂ ਬਾਅਦ ਮਿਲਦੇ ਹੀ ਮਿਲਦੇ ਆ। ਅਸੀਂ ਆਪਣੇ ਕਾਲਜ ਦੇ ਕਾਮਰਸ ਐਂਡ ਮੈਨੇਜਮੈਂਟ ਬਲਾਕ ਦੇ ਸਾਹਮਣੇ ਖੜੇ ਹਾਂ, ਭਾਈ ਦਇਆ ਸਿੰਘ ਬਲਾਕ ਆਫ ਕਾਮਰਸ ਐਂਡ ਮੈਨੇਜਮੈਂਟ। ਇਸ ਦੇ ਅੰਦਰ ਪੀਜੀ ਡਿਪਾਰਟਮੈਂਟ ਆਫ ਮੈਥਮੈਟਿਕਸ ਵੀ ਹੈ। ਜੋ ਕਾਮਰਸ ਔਰ ਮੈਨੇਜਮੈਂਟ ਦੀ ਮੈਂ ਗੱਲ ਕਰਾਂ ਤਾਂ ਇੱਥੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਹੈ, ਇਹ ਮੈਥਮੈਟਿਕਸ ਦਾ ਵੀ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਹੈ। ਔਰ ਇੱਥੇ BBA, MBA, MCOM, BCOM, ऑनर्स, मैथ्स CSM, पोस्ट ग्रैजुएशन इन मैथ्स और कई तरह के एडिशनल कोर्सेज भी ये अंदर चलाए जाते हैं। ये 6 लेवल जो बिल्डिंग है इस दे विच लिफ्ट भी लगी हुई है और ये जो टीचर्स है इत्थे बैठ के बहुत ही वैल इक्विप्ड क्लासरूम्स हैं।